tree, bending beneath the weight of his wind and mercy. When all of a sudden I am unaware of these afflictions, eclipsed by glory, and I realize just how beautiful you are and how great your affections are for me. And oh, how he loves us so. Oh, how he loves us. How he loves us so. Say, he is jealous. He is jealous for me. Love's like a hurricane. I am a tree bending beneath the weight of his wind and mercy. Oh, when all of a sudden I am unaware of these afflictions, eclipsed by glory, and I realize just how beautiful you are and how great your affections are for me. And oh, how he loves us. And he is our prize, drawn to redemption by the grace in his eyes. And if grace is an ocean, we're all sinking, yeah. So heaven needs earth like a sloppy wet kiss, and my heart turns inside of my chest. No, I don't have time to maintain these regrets when I think about the way he loves us. Oh, how he loves us. Oh, how he loves us. Oh, how he loves
loves you this morning. Amen. Yes, He does. He loves you. He loves you. His love, it never fails. Oh, unending love, unending love. Come on, release your worship this morning. Lift your voice and sing to Him. Hallelujah. Thank you, Jesus. Awake my soul and sing His praise aloud. Welcome. Sing His praise. ਬਹੁਤ ਹੀ ਸੋਹਣਾ ਸਵੇਰ ਇਤਵਾਰ ਦਾ ਪਰਮੇਸ਼ਰ ਦੀ ਹਜ਼ੂਰੀ ਸਾਡੇ ਨਾਲ ਆ ਅੱਜ ਸਵੇਰ। ਅਸੀਂ ਬਹੁਤ ਹੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹ ਲੋਕੀ ਹਾਂ ਜੋ ਕਿ ਪਰਮੇਸ਼ਵਰ ਦੇ ਨਾਮ ਦੇ ਨਾਲ ਪੁਕਾਰੇ ਜਾਂਦੇ ਆ। ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਦੇ ਕੀਮਤੀ ਲਹੂ ਦੇ ਨਾਲ ਧੋਤੇ ਗਏ ਹਾਂ। ਅਸੀਂ ਧੰਨਵਾਦੀ ਹਾਂ ਕਿ ਉਹਦੀ ਜੋ ਨਿਕਟਤਾ ਆ ਉਹ ਸਾਡੀ ਮਹਾਨਤਾ ਬਣ ਜਾਂਦੀ ਹੈ ਕਿ ਅਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਹਦੀ ਆਰਾਧਨਾ ਦੇ ਵਾਸਤੇ। ਪਰਮੇਸ਼ਰ ਦੇ ਲੋਕੋ, ਅਸੀਂ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਦੇ ਕਿਉਂਕਿ ਅਸੀਂ ਚੰਗਾ ਗੀਤ ਗਾਉਂਦੇ ਆ। ਜੇ ਤੁਸੀਂ ਪਰਮੇਸ਼ਰ ਦੀ ਆਰਾਧਨਾ ਕਰਦੇ ਹੋ ਤਾਂ ਸਿਰਫ ਇਸ ਕਰਕੇ ਕਿ ਤੁਹਾਡੀ ਆਵਾਜ਼ ਬਹੁਤ ਚੰਗੀ ਹੈ ਤੇ ਦਾ ਮਤਲਬ ਪਰਮੇਸ਼ਵਰ ਨੂੰ ਕਬੂਲ ਨਹੀਂ ਹੋਵੇਗੀ, ਕਿਉਂਕਿ ਪਰਮੇਸ਼ਵਰ ਦੇ ਕੋਲ ਲੱਖਾਂ ਕਰੋੜਾਂ ਅਰਬਾਂ ਜਿਹੜੇ ਫਰਿਸ਼ਤੇ ਨੇ ਜੋ ਕਿ ਉਹਦੀ ਹਜ਼ੂਰੀ ਵਿੱਚ ਦਿਨ ਰਾਤ ਖੜੇ ਹੁੰਦੇ ਆ ਔਰ ਉਹਦੀ ਆਰਾਧਨਾ ਕਰਦੇ ਆ ਔਰ ਉਹਦੀ ਆਰਾਧਨਾ ਪੂਰੀ ਪਵਿੱਤਰਤਾਈ ਦੇ ਵਿੱਚ ਕਰਦੇ ਨੇ, ਪੂਰਨਤਾ ਦੇ ਵਿੱਚ ਕਰਦੇ ਨੇ, ਉਚਾਈ ਦੇ ਵਿੱਚ ਕਰਦੇ ਨੇ, ਸਮਰਥਾ ਦੇ ਨਾਲ ਕਰਦੇ ਨੇ। ਇਸ ਲਈ ਪਰਮੇਸ਼ਵਰ ਜੇ ਉਹ ਪੂਰਨਤਾ ਮੰਗਦਾ ਹੁੰਦਾ ਤਾਂ ਫਿਰ ਉਹ ਕਹਿੰਦਾ ਫਰਿਸ਼ਤਿਆਂ ਨੂੰ ਉਹਦੀ ਆਰਾਧਨਾ ਕਰਨ ਦੇ ਵਾਸਤੇ, ਲੇਕਿਨ ਫਿਰ ਵੀ ਉਸ ਪਰਮੇਸ਼ਵਰ ਝੁਕਦਾ ਆ, ਥੱਲੇ ਨੂੰ ਦੇਖਦਾ ਆ, ਆਪਣੇ ਲੋਕਾਂ ਦੇ ਨੂੰ ਜਿਹਨਾਂ ਦੀ ਟੁੱਟੀਆਂ ਹੋਈਆਂ ਆਵਾਜ਼ਾਂ ਆ, ਜਿਨ੍ਹਾਂ ਦੇ ਬੋਲ ਠੀਕ ਨਹੀਂ ਗਏ। ਔਰ ਅਸੀਂ ਆਪਣੀ ਵਰਸ਼ਿਪ ਟੀਮ ਦੀ ਗੱਲ ਨਹੀਂ ਕਰ ਰਹੇ ਥੇ, ਅਸੀਂ ਬਾਕੀ ਸਾਰਿਆਂ ਦੀ ਗੱਲ ਕਰ ਰਹੇ ਹਾਂ, ਲੇਕਿਨ ਫਿਰ ਵੀ ਪਰਮੇਸ਼ਵਰ ਸਵਰਗਾਂ ਨੂੰ ਰੋਕ ਦਿੰਦਾ ਆ ਕਿਉਂਕਿ ਉਹਦੇ ਬੱਚੇ ਉਹਦੇ ਨਜ਼ਦੀਕ ਆ ਰਹੇ ਆ ਪੂਰੀ ਤਮੰਨਾਵਾਂ ਦੇ ਨਾਲ। ਉਹਦੀ ਸੁੰਦਰ ਮੌਜੂਦਗੀ ਦੇ ਵਾਸਤੇ ਧੰਨਵਾਦ ਕਰਦੇ ਪਵਿੱਤਰ ਆਤਮਾ ਜੋ ਸਾਡੇ ਉੱਤੇ ਆ। ਪਰਮੇਸ਼ਰ ਤੁਹਾਡੇ ਘਰਾਂ ਨੂੰ ਭਰ ਰਿਹਾ ਆ ਆਪਣੀ ਹਜ਼ੂਰੀ ਦੇ ਨਾਲ, ਜੋ ਕਿ ਸਾਨੂੰ ਇੱਥੇ ਮਹਿਸੂਸ ਹੋ ਰਹੀ ਆ। ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਘਰਾਂ ਨੂੰ ਭਰ ਰਹੀ ਆ। ਮੈਂ ਬੋਲਦਾ ਆ ਤੁਹਾਡੇ ਉੱਤੇ ਸ਼ਾਂਤੀ, ਤੁਹਾਡੇ ਘਰਾਂ ਦੇ ਵਿੱਚ ਸ਼ਾਂਤੀ ਬਣੀ ਰਹੇ। ਆਮੇਨ। ਪਰਮੇਸ਼ਰ ਦੀ ਕਿਰਪਾ ਔਰ ਉਹਦੀ ਸ਼ਾਂਤੀ ਤੁਹਾਡੇ ਵੱਲ ਨੂੰ ਫਲ ਫੂਲ ਕਰੇ, ਤੁਹਾਡੇ ਵੱਲ ਨੂੰ ਵਧੇ। ਪਰਮੇਸ਼ਰ ਨਜ਼ਦੀਕ ਆ ਔਰ ਉਹਨਾਂ ਦੇ ਵਾਸਤੇ ਮੌਜੂਦ ਆ ਜਿਹੜੇ ਮੁਸ਼ਕਿਲ ਵਿੱਚ ਆ। ਪਰਮੇਸ਼ਰ ਤੁਹਾਡੇ ਨਜ਼ਦੀਕ ਆ। ਜੇ ਤੁਸੀਂ ਕਿਸੇ ਵਿੱਚੋਂ ਗੱਲ ਵਿੱਚੋਂ ਲੰਘ ਰਹੇ ਹੋ, ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਕੋਲ ਆਈ ਹੈ ਇਸ ਵੀਡੀਓ ਦੇ ਦੁਆਰਾ। ਉਹ ਕਿੱਦਾਂ ਸਾਨੂੰ ਪਿਆਰ ਕਰਦਾ ਹੈ, ਉਹ ਕਿੱਦਾਂ ਸਾਨੂੰ ਪਿਆਰ ਕਰਦਾ ਹੈ। ਯੈਸ ਲਾਰਡ। ਅੱਜ ਪਲੀਜ਼ ਸਾਨੂੰ ਦੱਸੀਏ ਕਿ ਕਿੱਥੋਂ ਤੁਸੀਂ ਸਾਨੂੰ ਦੇਖ ਰਹੇ ਹੋ। ਮੈਨੂੰ ਪਤਾ ਬਹੁਤ ਸਾਰੇ ਲੋਕ ਦੇਖਦੇ ਆ ਲੇਕਿਨ ਉਹ ਸਾਨੂੰ ਹੈਲੋ ਨਹੀਂ ਕਰਦੇ। ਪਲੀਜ਼ ਸਾਨੂੰ ਦੱਸੀਏ ਕਿ ਤੁਸੀਂ ਸਾਨੂੰ ਕਿੱਥੋਂ ਦੇਖ ਰਹੇ ਹੋ, ਕਿੱਥੋਂ ਦੇਖ ਰਹੇ ਹੋ ਤੁਸੀਂ ਸਾਨੂੰ, ਕਿਉਂਕਿ ਬਹੁਤ ਹੀ ਅੱਛਾ ਲੱਗਦਾ ਜਦੋਂ ਅਸੀਂ ਤੁਹਾਡੇ ਕੋਲੋਂ ਸੁਣਦੇ ਹਾਂ। ਖਾਸ ਕਰਕੇ ਜੇ ਤੁਸੀਂ ਪਹਿਲੀ ਵਾਰੀ ਸਾਨੂੰ ਦੇਖ ਰਹੇ ਹੋ, ਸੁਣ ਰਹੇ ਹੋ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੀ ਐਤਵਾਰ ਦੀ ਸਰਵਿਸ ਦੇ ਵਿੱਚ ਜੋ ਕਿ ਲਾਈਵ ਹੈ ਇਸ ਵੇਲੇ ਆਨਲਾਈਨ ਚਰਚ ਦੇ ਵਿੱਚ।
ਹਾਂ ਤੁਸੀਂ ਸਾਡੇ ਨਾਲ ਇੱਥੇ ਇਕੱਠਾ ਹੋ, ਚਾਹੇ ਤੁਸੀਂ ਨਵੇਂ ਹੋ, ਔਰ ਇਸ ਤਰ੍ਹਾਂ ਅਸੀਂ ਇਕੱਠਾ ਹੁੰਨੇ ਆ ਇਸ ਲਾਈਵ ਚਰਚ ਦੇ ਵਿੱਚ। ਅੱਜ ਅਸੀਂ ਪ੍ਰਭੂ ਦੇ ਮੇਜ਼ ਦੇ ਵਿੱਚ ਹਿੱਸਾ ਲਵਾਂਗੇ। ਮੇਰੀ ਆਸ਼ਾ ਹੈ ਕਿ ਤੁਸੀਂ ਸਾਰੀਆਂ ਗੱਲਾਂ ਨੂੰ ਤਿਆਰ ਕੀਤਾ ਹੋਏਗਾ, ਤੁਸੀਂ ਤਿਆਰ ਹੋ ਪਰਮੇਸ਼ਵਰ ਦੇ ਵਿੱਚ ਰੋਟੀ ਤੋੜਨ ਦੇ ਵਾਸਤੇ, ਉਹਦੀ ਮੈਂ ਪੀਣ ਦੇ ਵਾਸਤੇ, ਇੱਕ ਚਰਚ ਹੋਣ ਦੇ ਨਾਤੇ ਪੂਰੀ ਦੁਨੀਆ ਦੇ ਵਿੱਚ। ਜੇ ਤੁਸੀਂ ਪ੍ਰਿਪੇਅਰ ਆ, ਕਮੈਂਟ ਲਿਖੀਏ, ਸਾਨੂੰ ਦੱਸੀਏ। ਔਰ ਅੱਜ ਮੈਂ ਇੱਕ ਵਕਤ ਲਵਾਂਗਾ, ਪ੍ਰਾਰਥਨਾ ਕਰੂੰਗਾ ਤੁਹਾਡੀ ਆਫਰਿੰਗਸ ਦੇ ਉੱਤੇ ਜੋ ਕਿ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਲੈ ਕੇ ਆਏ ਹੋ। ਮੇਰੀ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਤੁਹਾਡੀ ਆਫਰਿੰਗ ਨੂੰ ਕਬੂਲ ਕਰੇਗਾ, ਤੁਹਾਡੇ 10ਵਾਂ ਹਿੱਸੇ ਨੂੰ ਤੇ ਕਬੂਲ ਕਰੇਗਾ, ਔਰ ਉਹ ਤੁਹਾਡੇ ਉੱਤੇ ਪ੍ਰੋਟੈਕਸ਼ਨ ਬਣੇਗੀ। ਔਰ ਇਹ ਬਹੁਤ ਹੀ ਜ਼ਰੂਰੀ ਗੱਲ ਆ ਚੇਲੇ ਦੀ, ਪ੍ਰਭੂ ਯਿਸੂ ਮਸੀਹ ਦੇ ਚੇਲੇ ਦੀ। ਔਰ ਮੈਂ ਪ੍ਰਾਰਥਨਾ ਕਰਨਾ ਮੰਗਦਾ ਹਾਂ, ਪਵਿੱਤਰ ਆਤਮਾ, ਤੇਰਾ ਵਚਨ ਸਾਨੂੰ ਦੱਸਦਾ ਹੈ ਕਿ ਕਿਸ ਤਰ੍ਹਾਂ ਕਿ ਤੂੰ ਕਿਸ ਤਰ੍ਹਾਂ ਉਹਨਾਂ ਨੂੰ ਦੇਖਿਆ ਦਿੰਦੇ ਹੋਏ ਇਹਨੂੰ, ਤੇਰਾ ਇੱਕ ਬੱਚਾ ਹੋਣ ਦੇ ਨਾਤੇ ਜਦੋਂ ਕਿ ਤੇਰੇ ਬੱਚੇ ਤੈਨੂੰ ਦਿੰਦੇ ਆ ਪ੍ਰਭੂ, ਮੇਰੇ ਪਿਤਾ, ਮੈਂ ਪ੍ਰਾਰਥਨਾ ਕਰਦਾ ਕਿ ਤੇਰੀ ਅੱਖਾਂ ਉਹਨਾਂ ਨੂੰ ਦੇਖਣ, ਕਿਸ ਤਰ੍ਹਾਂ ਉਹਨਾਂ ਨੂੰ ਦਿੰਦੇ ਹੋਏ ਦੇਖਦੀਆਂ ਹੈ ਪ੍ਰਭੂ ਜੀ। ਉਹਨਾਂ ਨੂੰ ਦੇਖ, ਜੋ ਵੀ ਉਹਨਾਂ ਦੇ ਜੀਵਨ ਵਿੱਚ ਬ੍ਰੇਕ ਥਰੂ ਚਾਹੀਦਾ ਹੈ ਪ੍ਰਭੂ ਜੀ, ਉਹ ਉਹਨਾਂ ਨੂੰ ਦੇ ਅੱਜ ਪ੍ਰਭੂ ਯਿਸੂ। ਇਸ ਤਰ੍ਹਾਂ ਹੋ ਜਵੇ, ਔਰ ਜੋ ਵੀ ਕੀੜਾ ਔਰ ਉਹਨਾਂ ਦੇ ਪੈਸੇ ਦੇ ਉੱਤੇ ਬੈਠਾ ਆ ਇਸ ਚੰਦੇ ਦੇਣ ਦੇ ਨਾਲ, ਉਹ ਆਤਮਾ ਟੁੱਟ ਜਵੇ, ਸਵਰਗ ਉਹਨਾਂ ਦੇ ਉੱਤੇ ਖੋਲ ਜਾਣ। ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗ ਲੈਂਦੇ ਆ, ਆਮੇਨ, ਆਮੇਨ, ਆਮੇਨ। ਬਿਲਕੁਲ, ਜੋ ਤੁਹਾਡਾ 10ਵਾਂ ਹਿੱਸਾ ਤੁਹਾਡੇ ਚਰਚ ਨੂੰ ਬਿਲੋਂਗ ਕਰਦਾ ਹੈ, ਜੇ ਤੁਸੀਂ ਇਮੈਨੂਅਲ ਚਰਚ ਨੂੰ ਬਿਲੋਂਗ ਕਰਦੇ ਆ, ਤੁਹਾਨੂੰ ਇਨਫੋਰਮੇਸ਼ਨ ਦਿਸੀ ਹੋਗੀ ਸਕਰੀਨ ਦੇ ਉੱਤੇ, ਤੁਸੀਂ ਉਹਦੇ ਤੇ ਦੇਖ ਸਕਦੇ ਹੋ। ਜੇ ਤੁਸੀਂ ਦੂਸਰੇ ਦੇਸ਼ੋਂ ਸਾਨੂੰ ਜੁਆਇਨ ਕਰ ਰਹੇ ਹੋ ਤਾਂ ਤੁਸੀਂ ਰਿਵਾਈਵ ਨੇਸ਼ਨ ਦੇ ਉੱਤੇ ਦੇਖ ਸਕਦੇ ਹੋ। ਸਾਰਿਆਂ ਦਾ ਧੰਨਵਾਦ ਕਰਦਾ ਹੈ ਜੋ ਕਿ ਰਿਵਾਈਵ ਨੇਸ਼ਨਸ ਨੂੰ ਸਪੋਰਟ ਕਰਦੇ ਤਾਂ ਕਿ ਅਸੀਂ ਦੂਸਰੇ ਦੇਸ਼ਾਂ ਤੱਕ ਪਹੁੰਚ ਸਕੀਏ। ਔਰ ਜਦੋਂ ਕੋਈ ਪਰਮੇਸ਼ਵਰ ਦੇ ਨਾਲ ਛੂਇਆ ਜਾਂਦਾ ਆ, ਰਿਵਾਈਵ ਨੇਸ਼ਨਸ ਦਾ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਆ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਜਦੋਂ ਕਿ ਹੁਣ ਤੁਸੀਂ ਸਾਡੇ ਨਾਲ ਖੜੇ ਹੋ, ਪਾਸਟਰਸ ਦੇ ਨਾਲ ਖੜੇ ਹੋ, ਤੁਸੀਂ ਆਪਣੇ ਚਰਚਸ ਦੇ ਨਾਲ ਖੜੇ ਹੋ। ਪ੍ਰਭੂ ਤੁਹਾਨੂੰ ਯਾਦ ਰੱਖੇ, ਤੁਹਾਡੇ ਘਰ ਨੂੰ ਯਾਦ ਰੱਖੇ, ਤੁਹਾਡੇ ਬੱਚਿਆਂ ਨੂੰ ਯਾਦ ਰੱਖੇ, ਤੁਹਾਡੇ ਬੱਚਿਆਂ ਦੇ ਬੱਚਿਆਂ ਨੂੰ ਯਾਦ ਰੱਖੇ। ਕੋਈ ਜਣਾ ਇਸ ਬਰਕਤ ਨੂੰ ਲੈ ਲਵੇ। ਮੈਨੂੰ ਰਿਪੋਰਟਸ ਮਿਲ ਰਹੀਆਂ ਆ ਕਿ ਜੋ ਚਰਚਸ ਆ ਉਹ ਖੋਲੇ ਜਾ ਰਹੇ ਆ ਬਹੁਤ ਦੁਨੀਆ ਦੇ ਵਿੱਚ, ਸਾਰੇ ਪਾਸੇ ਬਹੁਤ ਸਾਰੇ ਰਿਵਾਈਵ ਨੇਸ਼ਨਸ ਚਰਚਸ ਵੀ ਖੁੱਲੇ ਜਾ ਚੁੱਕੇ ਆ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਵਾਸਤੇ। ਔਰ ਜੇ ਤੁਸੀਂ ਸਾਨੂੰ ਦੇਖ ਰਹੇ ਹੋ, ਤੁਸੀਂ ਉਹਨਾਂ ਚਰਚਾਂ ਵਿੱਚੋਂ ਇੱਕ ਹੋ, ਤਾਂ ਮੈਂ ਤੁਹਾਨੂੰ ਦੱਸਣਾ ਮੰਗਦਾ ਹਾਂ ਕਿ ਡਰੀਏ ਨਾ, ਪਰ ਉਹਨਾਂ ਗੱਲਾਂ ਦੇ ਅਧੀਨ ਰਹੀਏ ਜੋ ਕਿ ਤੁਹਾਡੇ ਕਾਨੂੰਨ ਨੇ ਬਣਾਈਆਂ ਆ, ਤੁਹਾਨੂੰ ਬਚਾਅ ਦੇ ਵਾਸਤੇ, ਤੁਹਾਡੇ ਬਚਾਅ ਦੇ ਵਾਸਤੇ, ਤੁਹਾਡੀ ਸਿਹਤ ਦੇ ਵਾਸਤੇ। ਔਰ ਜਦੋਂ ਤੁਸੀਂ ਉਹਨਾਂ ਗੱਲਾਂ ਦਾ ਪਾਲਨ ਕਰੋਗੇ, ਤੁਸੀਂ ਖੁਦ ਵੀ ਸਿਹਤਮੰਦ ਰਹੋਗੇ, ਤੁਸੀਂ ਦੂਜਿਆਂ ਨੂੰ ਵੀ ਸਿਹਤਮੰਦ ਰੱਖੋਗੇ। ਔਰ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਜਣੇ ਕਹਿ ਰਹੇ ਹੈ ਕਿ ਨਹੀਂ, ਮੈਂ ਤਾਂ ਜੱਫੀ ਪਾਉਣਾ ਮੰਗਦਾ, ਮੈਂ ਤਾਂ ਹੱਥ ਮਿਲਾਉਣਾ ਮੰਗਦਾ। ਮੈਂ ਕਹੂੰਗਾ ਕਿ ਹੌਸਲਾ ਰੱਖੀਏ, ਕਿਉਂਕਿ ਇਹ ਨਹੀਂ ਹੈ ਕਿ ਅਸੀਂ ਕੀ ਮੰਗਦੇ ਹਾਂ, ਬਲਕਿ ਇਹ ਉਹ ਆ ਜੋ ਕਿ ਅਸੀਂ ਆਪਣੀ ਕਾਨੂੰਨ ਦਾ ਜਾਂ ਆਪਣੇ ਗਵਾਂਢੀਆਂ ਦਾ ਅਸੀਂ ਉਹਨਾਂ ਨੂੰ ਸਪੇਸ ਦਿੰਦੇ ਹਾਂ, ਉਹਨਾਂ ਦਾ ਆਦਰ ਕਰਦੇ ਹਾਂ। ਇਹ ਚੰਗੀ ਗੱਲ ਹੋਵੇਗੀ ਕਿ ਅਸੀਂ ਘਰੇ ਰਹੀਏ। ਜੇ ਅਸੀਂ ਡਰੇ ਹੋਏ ਤਾਂ ਅਸੀਂ ਘਰੇ ਰਹੀਏ, ਜੇ ਅਸੀਂ ਡਰੇ ਹੋਏ ਹਾਂ। ਜੇ ਨਹੀਂ ਤਾਂ ਅਸੀਂ ਚਰਚ ਆ ਸਕਦੇ ਹਾਂ। ਮੈਨੂੰ ਪਾਸਟਰਸ ਨੇ ਫੋਨ ਕੀਤਾ, ਮੈਨੂੰ ਪੁੱਛਿਆ ਕਿ ਸਪਿਰਿਚੁਅਲ ਕਾਉਂਸਲ ਮੰਗਦੇ ਸੀ ਕਿ ਕੀ ਅਸੀਂ ਆਪਣਾ ਚਰਚ ਖੋਲ ਸਕਦੇ ਹਾਂ ਕਿ ਨਹੀਂ ਖੋਲ ਸਕਦੇ। ਮੈਨੂੰ ਜੋ ਪਰਮੇਸ਼ਵਰ ਨੇ ਇੱਕ ਦਰਸ਼ਨ ਦਿਖਾਇਆ ਉਹ ਇਹ ਸੀਗਾ ਕਿ ਇੱਕ ਫੈਂਸ, ਇੱਕ ਬਾੜ ਲੱਗੀ ਹੋਈ ਆ ਚਰਚ ਦੇ ਆਸੇ ਪਾਸੇ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਬਾੜ ਦੇ ਬਾਹਰ ਖੜੇ ਆ, ਬਲਕਿ ਜੋ ਦਰਵਾਜ਼ਾ ਜੋ ਆ ਉਹ ਕਿਸੇ ਨੂੰ ਬਾਹਰ ਰੱਖਣ ਦੇ ਵਾਸਤੇ ਹੁੰਦਾ। ਲੇਕਿਨ ਜੋ ਘਰ ਦੇ ਆਸੇ-ਪਾਸੇ ਜੋ ਇੱਕ ਲੱਕੜੀਆਂ ਹੁੰਦੀਆਂ ਜਿਹਨਾਂ ਨੂੰ ਅਸੀਂ ਬਾੜ ਕਹਿੰਦੇ ਨੇ, ਉਹ ਇਸ ਕਰਕੇ ਹੁੰਦੀ ਹੈ ਤਾਂ ਕਿ ਉਹ ਸਾਨੂੰ ਬਚਾਵੇ ਕਿ ਕੋਈ ਬੇਰੂਪੀਆ ਅੰਦਰ ਨਾ ਆਵੇ, ਕੋਈ ਹੋਰ ਅੰਦਰ ਨਾ ਆ ਸਕੇ। ਇਸ ਲਈ ਮੈਂ ਤੁਹਾਨੂੰ ਦੱਸਣਾ ਮੰਗਦਾ ਕਿ ਜੇ ਤੁਹਾਨੂੰ ਕੁਝ ਕਨਫਿਊਜ਼ਨ ਸੀਗੀ, ਮੇਰੀ ਆਸ਼ਾ ਹੈ ਕਿ ਤੁਹਾਨੂੰ ਇਸ ਵਿਜ਼ਨ ਨੇ ਹੈਲਪ ਕੀਤਾ ਹੋਏਗਾ ਕਿ ਤਾਂ ਕਿ ਅਸੀਂ ਉਸ ਵਾਇਰਸ ਨੂੰ ਬਾਹਰ ਰੱਖੀਏ, ਅਸੀਂ ਸਿਹਤਮੰਦ ਰਹੀਏ ਤਾਂ ਕਿ ਉਹ ਵਾਇਰਸ ਕਿਸੇ ਹੋਰ ਨੂੰ ਅਫੈਕਟ ਨਾ ਕਰ ਸਕੇ। ਤੁਸੀਂ ਮੇਕ ਸ਼ੋਰ ਕਰੋ ਕਿ ਤੁਹਾਡੀ ਹੈਲਥ ਬਿਲਕੁਲ ਸਹੀ ਹੋਵੇ,
ਇਸ ਮੌਸਮ ਦੇ ਵਿੱਚ ਜੇ ਅਸੀਂ ਸਿਰਫ ਥੋੜਾ ਜਿਹਾ ਹੋਰ ਹੌਸਲਾ ਰੱਖੀਏ, ਮੇਰਾ ਪੂਰਾ ਵਿਸ਼ਵਾਸ ਹੈ ਕਿ ਅਸੀਂ ਦੂਰ ਤੱਕ ਜਾਵਾਂਗੇ। ਉਸੇ ਵੇਲੇ ਉਹਨਾਂ ਹੀ ਦੂਸਰੇ ਸ਼ਬਦਾਂ ਦੇ ਵਿੱਚ ਮੈਂ ਕਹਿਣਾ ਮੰਗਦਾ ਕਿ ਜ਼ਰੂਰ ਇਕੱਠੇ ਹੋਈਏ, ਲੇਕਿਨ ਸੋਸ਼ਲ ਡਿਸਟੈਂਸ ਰੱਖ ਕੇ ਇਕੱਠੇ ਹੋਈਏ ਔਰ ਪਰਮੇਸ਼ਵਰ ਦੀ ਚੰਗਿਆਈ ਨੂੰ ਆਪਾਂ ਮਨਾਈਏ। ਮੌਂਟਰੀਅਲ ਦੇ ਵਿੱਚ ਮੈਂ ਦੱਸਣਾ ਮੰਗਦਾ ਹੈ ਕਿ ਇੱਕ ਦੇਰੀ ਕੀਤੀ ਗਈ ਆ ਚਰਚਸ ਨੂੰ ਖੋਲਣ ਦੇ ਵਾਸਤੇ, ਲੇਕਿਨ ਮੇਰਾ ਜੋ ਸੋਚਣੀ ਹੈ, ਮੇਰਾ ਜੋ ਵਿਸ਼ਵਾਸ ਹੈ ਕਿ ਅਗਲੇ ਮਹੀਨੇ ਤੱਕ ਜ਼ਰੂਰ ਚਰਚਸ ਇੱਥੇ ਖੁੱਲ ਜਾਣਗੇ, ਕਿ ਪਰਮੇਸ਼ਵਰ ਜ਼ਰੂਰ ਇੱਕ ਕਰਿਸ਼ਮਾ ਕਰੇਗਾ। ਮੇਰੇ ਨਾਲ ਪ੍ਰਾਰਥਨਾ ਕਰੀਏ ਕਿ ਬਹੁਤ ਜੋ ਸਰਕਾਰੇ ਮੰਗਦੀ ਹੈ ਕਿ ਅਸੀਂ ਪਿੱਛੇ ਬੈਠੀਏ, ਲੇਕਿਨ ਮੈਂ ਦੱਸਣਾ ਮੰਗਦਾ ਹਾਂ ਕਿ ਜਦੋਂ ਪਰਮੇਸ਼ਵਰ ਦੀ ਮਰਜ਼ੀ ਹੋਊਗੀ ਉਦੋਂ ਚਰਚ ਜ਼ਰੂਰ ਖੁੱਲਣਗੇ। ਮੇਰੀ ਜੋ ਆਦਮੀ ਦੇ ਤੌਰ ਤੇ ਮੇਰੀ ਜੋ ਇੱਛਾ ਹੈ ਉਹ ਇਹ ਹੈ ਕਿ ਅਸੀਂ ਦੁਬਾਰਾ ਮਿਲੀਏ, ਅਸੀਂ ਦੁਬਾਰਾ ਇੱਕ ਦੂਜੇ ਦੇ ਵਿੱਚ ਹਿੱਸਾ ਲਈਏ ਔਰ ਆਓ ਇਸ ਗੱਲ ਨੂੰ ਪ੍ਰਾਰਥਨਾ ਦੇ ਵਿੱਚ ਰੱਖੀਏ ਪਰਮੇਸ਼ਵਰ ਦੇ ਸਾਹਮਣੇ। ਇਸ ਲਈ ਸ਼ਾਂਤੀ ਵਿੱਚ ਰਹੀਏ ਕਿ ਪਰਮੇਸ਼ਵਰ ਦੀ ਹੀ ਮਰਜ਼ੀ ਪੂਰੀ ਹੋਵੇਗੀ। ਮੈਨੂੰ ਤੁਹਾਡਾ ਤਾਂ ਨਹੀਂ ਪਤਾ, ਲੇਕਿਨ ਜੇ ਥੋੜੀ ਹੋਰ ਦੇਰ ਲੱਗੀ ਤਾਂ ਆਪਾਂ ਡਰਾਈਵ ਥਰੂ ਕਰਾਂਗੇ, ਜਿੱਥੇ ਅਸੀਂ ਇੱਕ ਦੂਜੇ ਨੂੰ ਦੇਖ ਸਕਾਂਗੇ, ਇੱਕ ਦੂਸਰੇ ਨੂੰ ਮਿਲ ਸਕਾਂਗੇ। ਤੁਹਾਨੂੰ ਇਸ ਗੱਲ ਦੇ ਬਾਰੇ ਹੋਰ ਵੀ ਦੱਸਿਆ ਜਾਏਗਾ। ਮੇਰੀ ਉਮੀਦ ਹੈ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਵਾਸਤੇ ਤਿਆਰ ਹੋ। ਤੁਸੀਂ ਆਪਣੀ ਆਤਮਾਵਾਂ ਨੂੰ, ਆਪਣੀ ਰੂਹਾਂ ਨੂੰ ਤਿਆਰ ਕੀਤਾ ਆ ਕਿ ਪਰਮੇਸ਼ਵਰ ਦੇ ਵਚਨ ਵਿੱਚ ਜਾਣ ਦੇ ਵਾਸਤੇ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਹੈ ਕਿ ਤੁਸੀਂ ਪਰਮੇਸ਼ਵਰ ਦਾ ਵਚਨ ਗ੍ਰਹਿਣ ਸਕੋ, ਔਰ ਤੁਸੀਂ ਸਾਰੀਆਂ ਡਿਸਟਰੈਕਸ਼ਨਸ ਨੂੰ ਪਰੇ ਕੀਤਾ ਆ ਔਰ ਤੁਸੀਂ ਤਿਆਰ ਹੋ ਕਿ ਪਰਮੇਸ਼ਵਰ ਦੇ ਵਚਨ ਨੂੰ ਗ੍ਰਹਿਣ ਕਰ ਸਕੇ ਜੋ ਤੁਹਾਡੇ ਕੋਲ ਆ ਰਿਹਾ ਹੈ। ਅੱਜ ਸਵੇਰ ਪਿਛਲੇ ਬੁੱਧਵਾਰ ਨੂੰ ਬਹੁਤ ਹੀ ਸੁੰਦਰ ਸਮੇਂ ਅਸੀਂ ਬਤੀਤ ਕੀਤਾ। ਅਸੀਂ ਕਰੀਬਨ 2 ਘੰਟੇ ਬੈਠੇ ਰਹੇ, ਗੱਲਾਂ ਕਰਦੇ ਰਹੇ, ਲੇਕਿਨ ਇਹ ਨਹੀਂ, ਇਸ ਗੱਲ ਦਾ ਮਤਲਬ ਇਹ ਨਹੀਂ ਕਿ ਛੋਟਾ ਜਾਂ ਚੰਗਾ ਹੋਵੇਗਾ ਜਾਂ ਲੰਬਾ ਜਾਂ ਡੂੰਘਾਈ ਵਿੱਚ ਹੋਵੇਗਾ। ਇਹਦਾ ਮਤਲਬ ਹੈ ਕਿ ਕਿੰਨਾ ਜ਼ਿਆਦਾ ਇਹ ਵਚਨ ਤੁਹਾਨੂੰ ਇਫੈਕਟ ਕਰ ਰਿਹਾ ਹੈ ਔਰ ਕਿਸ ਤਰ੍ਹਾਂ ਤੁਸੀਂ ਇਸ ਵਚਨ ਨੂੰ ਲੈ ਰਹੇ ਹੋ ਆਪਣੇ ਜੀਵਨ ਦੇ ਵਿੱਚ। ਸੋ ਮੇਰੀ ਪ੍ਰਾਰਥਨਾ ਆ ਕਿ ਤੁਹਾਡੀ ਜੋ ਆਤਮਾ ਆ, ਤੁਹਾਡੀ ਰੂਹ ਅੱਜ ਤਿਆਰ ਹੈ ਪਰਮੇਸ਼ਵਰ ਕੋਲ ਵਚਨ ਲੈਣ ਦੇ ਵਾਸਤੇ। ਇੱਕ ਚੰਗੀ ਗੱਲ ਜੋ ਹੈ ਇਸ ਲੋਕਡਾਊਨ ਦੇ ਦੌਰਾਨ ਪਰਮੇਸ਼ਵਰ ਦਾ ਵਚਨ ਲੈਣ ਦੇ ਵਾਸਤੇ ਉਹ ਇਹ ਆ ਕਿ ਜਦੋਂ ਤੁਸੀਂ ਪਰਮੇਸ਼ਵਰ ਦੇ ਵਚਨ ਨੂੰ ਸੁਣਦੇ ਹੋ, ਇੱਕ ਪਰਿਵਾਰ ਦੀ ਤਰ੍ਹਾਂ ਉਸ ਨੂੰ ਗ੍ਰਹਿਣ ਕਰਦੇ ਹੋ। ਅਸੀਂ ਇੱਕ ਨਵੀਂ ਸੀਰੀਜ਼ ਦੇ ਵਿੱਚ ਅਸੀਂ ਹੈਗੇ ਆ ਜੋ ਕਿ ਪਰਮੇਸ਼ਵਰ ਆਤਮਾ ਸਾਨੂੰ ਲੀਡ ਕਰਕੇ ਸਾਨੂੰ ਉਹਦੇ ਵਿੱਚ ਲੈ ਕੇ ਗਿਆ, ਔਰ ਮੈਨੂੰ ਬਹੁਤ ਸਾਰੀ ਗਵਾਹੀਆਂ ਪੂਰੇ ਦੇਸ਼ਾਂ ਵਿੱਚੋਂ ਆ ਰਹੀ ਹੈ ਕਿ ਕਿਸ ਤਰ੍ਹਾਂ ਬਹੁਤ ਸਾਰੀਆਂ ਲੋਕਾਂ ਦੀ ਮਦਦ ਕਰ ਰਿਹਾ ਹੈ। ਔਰ ਇਸ ਲਈ ਫਿਰ ਇੱਕ ਵਾਰ ਅੱਜ ਸਵੇਰ ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ ਮੰਗਦਾ ਹੈ, ਪਰਮੇਸ਼ਵਰ ਦੀ ਨਜ਼ਦੀਕੀ ਦੇ ਵਿੱਚ ਲੈ ਕੇ ਜਾਣਾ ਮੰਗਦਾ ਹੈ। ਆਓ ਆਪਣੇ ਬਚਨਾਂ ਨੂੰ ਖੋਲੀਏ। ਯਹੂਨਾ ਦਾ ਪ੍ਰਕਾਸ਼ ਦੀ ਪੋਥੀ ਉਹਦਾ 1:10 ਉਹਦੇ ਵਿੱਚ ਕਹਿੰਦਾ ਹੈ ਕਿ ਪ੍ਰਭੂ ਦੇ ਦਿਨ ਆਤਮਾ ਨੇ ਮੇਰੇ ਉੱਪਰ ਅਧਿਕਾਰ ਕਰ ਲਿਆ। ਮੈਂ ਆਪਣੇ ਪਿੱਛੇ ਉੱਚੀ ਆਵਾਜ਼ ਸੁਣੀ। ਇਹ ਆਵਾਜ਼ ਬਿਗੁਲ ਵਰਗੀ ਸੀ। ਆਵਾਜ਼ ਨੇ ਆਖਿਆ, ਉਹ ਸਾਰੀਆਂ ਗੱਲਾਂ ਜਿਹੜੀਆਂ ਤੂੰ ਵੇਖੀਆਂ ਹਨ ਉਹ ਸਾਰੀਆਂ ਇੱਕ ਕਿਤਾਬ ਵਿੱਚ ਲਿਖ ਲੈ ਅਤੇ ਉਹਨਾਂ ਨੂੰ 7 ਕਲੀਸਿਆਂ ਨੂੰ ਭੇਜ, ਅਫਸਸ, ਸਮਰਨੇ, ਪਰਗੁਸਸ, ਪਰਗਮਮ, ਥਿਆਤਰੇ, ਸਾਰਦਿਸ, ਫਿਲਾਦੈਲਫੀਆ ਅਤੇ ਲਾਉਦੀਕੀਆ ਨੇ। ਮੈਂ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਹੈ। ਜਦੋਂ ਮੈਂ ਮੁੜਿਆ ਮੈਂ ਸੋਨੇ ਦੇ 7 ਸ਼ਮਾਦਾਨ ਦੇਖੇ। ਇੱਥੇ ਰੁਕਾਂਗੇ ਆਪਾਂ, ਇੱਥੇ ਦੇਖਾਂਗੇ ਆਪਾਂ, ਇੱਥੇ ਰੁਕਾਂਗੇ। ਮੈਂ ਮੁੜਿਆ ਔਰ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਹੈ। ਮੈਂ ਮੁੜਿਆ ਕਿ ਮੈਂ ਦੇਖਾਂ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਔਰ ਜਦੋਂ ਮੈਂ ਵੱਡਾ ਹੋ ਰਿਹਾ ਸੀਗਾ, ਮੇਰੀ ਮਾਤਾ ਜੀ ਮੈਨੂੰ ਸਿਖਾਉਂਦੇ ਸੀਗੇ ਕਿ ਜਦੋਂ ਪਰਮੇਸ਼ਵਰ ਦਾ ਜਦੋਂ ਵਚਨ ਪੜਿਆ ਜਾਵੇ ਉਹ ਕਿਸ ਤਰ੍ਹਾਂ ਪੜਿਆ ਜਾਵੇ। ਔਰ ਉਸਨੇ ਮੈਨੂੰ ਦੱਸਿਆ ਕਿ ਸ਼ਾਇਦ ਜੋ ਵਚਨ ਆ ਉਹ ਪਵਿੱਤਰ ਆਤਮਾ ਦੇ ਦੁਆਰਾ ਇੰਸਪਾਇਰ ਕੀਤਾ ਗਿਆ ਹੈ ਔਰ ਹਰ ਇੱਕ ਵਚਨ ਜੋ ਆ, ਹਰ ਇੱਕ ਸ਼ਬਦ ਜੋ ਉਸਨੂੰ ਬੜੀ ਧਿਆਨ ਦੇ ਨਾਲ ਪੜਿਆ ਜਾਵੇ। ਔਰ ਤੁਸੀਂ ਦੇਖ ਰਹੇ ਹੋ ਕਿ ਪਿਛਲੇ ਕੁਝ ਹਫ਼ਤਿਆਂ ਵਿੱਚੋਂ ਕਿਸ ਤਰ੍ਹਾਂ ਇੱਕ ਸ਼ਬਦ ਜੋ ਆ ਉਹਦੇ ਵਿੱਚ ਕਿੰਨੀ ਡੂੰਘਾਈ ਆ, ਕਿੰਨਾ ਜ਼ਿਆਦਾ ਉਹਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਆ। ਔਰ ਇਸ ਲਈ ਤੁਹਾਡੇ ਪਰਸਨਲ ਜੋ ਤੁਹਾਡਾ ਪੜ੍ਹਾਈ ਦਾ ਸਮੇਂ ਆ, ਤੁਸੀਂ ਉਹਨੂੰ ਜਲਦੀ ਨਾ ਪੜ੍ਹਿਆ ਕਰੋ ਵਚਨਾਂ ਨੂੰ। ਹਰ ਇੱਕ ਜੋ ਸ਼ਬਦ ਆ, ਹਰ ਇੱਕ ਜੋ ਲਾਈਨ ਆ, ਹਰ ਇੱਕ ਵਾਕਿਆ ਦੇ ਵਿੱਚ ਉਹਦੇ ਵਿੱਚੋਂ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰਦਾ ਆ। ਉਹਦੇ ਥਰੂ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਕਰਦਾ ਆ। ਇੱਕ ਰੌਸ਼ਨੀ ਆ ਉਸ ਵਾਕ ਦੇ ਵਿੱਚ।
ਜੋ ਕਿ ਤੁਹਾਨੂੰ ਇੱਕ ਗਿਆਨ ਦਿੰਦੀ ਆ, ਇੱਕ ਸਾਫ਼ ਦਿਸ਼ਾ ਦਿਖਾਉਂਦੀ ਕਿ ਕਿਸ ਤਰ੍ਹਾਂ ਨੂੰ ਜਾਣਾ ਆ। ਪਿਛਲੇ ਕੁਝ ਹਫ਼ਤਿਆਂ ਤੋਂ ਮੈਂ ਸ਼ੇਅਰ ਕੀਤਾ ਸੀਗਾ ਕਿ ਕਿਸ ਤਰ੍ਹਾਂ ਯਹੂਨਾ ਜੋ ਸੀਗਾ ਉਸਨੂੰ ਕਿਸ ਤਰ੍ਹਾਂ ਆਪਣਾ ਜੋ ਉਹਦਾ ਜੀਵਨ ਤੋਂ ਉਸਨੂੰ ਅਲੱਗ ਕੀਤਾ ਗਿਆ, ਉਹਦੀ ਜ਼ਰੂਰਤਾਂ ਤੋਂ ਅਲੱਗ ਕੀਤਾ ਗਿਆ, ਕਿਸ ਤਰ੍ਹਾਂ ਜਿਸ ਤਰ੍ਹਾਂ ਉਹ ਸਿਕਿਉਰ ਲਾਈਫ ਦੇ ਵਿੱਚ ਜੀ ਰਿਹਾ ਸੀਗਾ, ਕਿਸ ਤਰ੍ਹਾਂ ਉਸਨੂੰ ਉੱਥੋਂ ਅਲੱਗ ਕੀਤਾ ਗਿਆ ਔਰ ਕਿਸ ਤਰ੍ਹਾਂ ਉਸਨੂੰ ਪਰਮੇਸ਼ਰ ਦਾ ਆਮਣਾ ਸਾਹਮਣਾ, ਉਹਨਾਂ ਗੱਲਾਂ ਦੇ ਦੁਆਰਾ ਉਸਦਾ ਪਰਮੇਸ਼ਰ ਦਾ ਆਮਣਾ ਸਾਹਮਣਾ ਹੋਇਆ। ਮੈਂ ਕਹੂੰਗਾ ਕਿ ਜੇ ਤੁਸੀਂ ਨਹੀਂ ਦੇਖਿਆ ਤਾਂ ਉਹ ਵੀਡੀਓ ਜ਼ਰੂਰ ਦੇਖਿਓ, ਲੇਕਿਨ ਕੇਅਰਫੁਲ ਰਹੋ ਕਿ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੋਚੀਏ, ਬੜੇ ਧਿਆਨ ਦੇ ਨਾਲ ਦੇਖੀਏ ਕਿ ਤੁਸੀਂ ਇਸ ਨੂੰ ਗਲਤ ਇੰਟਰਪ੍ਰੀਟ ਨਾ ਕਰ ਲਈਏ। ਜਦੋਂ ਬਹੁਤ ਸਾਰੇ ਲੋਕੀ ਇਸ ਗੱਲ ਨੂੰ ਪੜ੍ਹਦੇ ਆ, ਉਹ ਕਹਿੰਦੇ ਕਿ ਇਹਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਆਪ ਨੂੰ ਹਰ ਇੱਕ ਗੱਲ ਤੋਂ ਅਲੱਗ ਕਰਨਾ ਪਏਗਾ ਤਾਂ ਹੀ ਸਾਨੂੰ ਪਰਮੇਸ਼ਵਰ ਦੀ ਆਵਾਜ਼ ਸੁਣੇਗੀ, ਸਾਨੂੰ ਕਿਸੇ ਤਰ੍ਹਾਂ ਡਰੈਸਅਪ ਹੋਣਾ ਪਏਗਾ ਤਾਂ ਹੀ ਅਸੀਂ ਪਰਮੇਸ਼ਵਰ ਨੂੰ ਮਿਲ ਸਕਾਂਗੇ। ਔਰ ਉਹ ਬਹੁਤ ਜ਼ਿਆਦਾ ਆਪਣੇ ਬਾਹਰਲੇ ਪਹਿਰਾਵੇ ਦੇ ਉੱਤੇ ਧਿਆਨ ਕਰਨਾ ਸ਼ੁਰੂ ਕਰ ਦਿੰਦੇ ਆ ਜਾਂ ਬਾਹਰਲੀ ਚੀਜ਼ਾਂ ਦੇ ਉੱਤੇ ਧਿਆਨ ਕਰਨਾ ਸ਼ੁਰੂ ਕਰ ਦਿੰਦੇ ਆ। ਉਹ ਭੁੱਲ ਜਾਂਦੇ ਆ ਕਿ ਅੰਦਰੂਨੀ ਬਦਲਾਵ ਜ਼ਰੂਰੀ ਆ। ਹਰ ਇੱਕ ਜੋ ਕੋਈ ਵੀ ਅੰਡਰਸਟੈਂਡਿੰਗ ਜਿਹੜੀ ਸਾਨੂੰ ਕਿਤੇ ਤੱਕ ਲੈ ਕੇ ਜਾਂਦੀ ਆ ਕਿ ਜਿੱਥੇ ਸਾਨੂੰ ਇਹ ਸੋਚਿਆ ਜਾਵੇ ਕਿ ਸਿਰਫ ਅਸੀਂ ਠੀਕ ਆ ਔਰ ਬਾਕੀ ਸਾਰੇ ਗਲਤ ਆ, ਔਰ ਅਸੀਂ ਹਮੇਸ਼ਾ ਇਸ ਗੱਲ ਤੇ ਰਹਿੰਦੇ ਆ ਕਿ ਬਾਕੀ ਸਾਰੇ ਗਲਤ ਆ, ਇਹ ਬਹੁਤ ਵੱਡਾ ਨਿਸ਼ਾਨ ਹੈ ਕਿ ਅਸੀਂ ਸਾਰਾ ਕੁਝ ਮਿਸ ਕਰ ਦਿੱਤਾ। ਜੋ ਪਰਮੇਸ਼ਵਰ ਦੇ ਪਿਆਰ ਨੂੰ ਸਮਝਦਾ ਆ ਉਹਦੇ ਜੀਵਨ ਦੇ ਵਿੱਚੋਂ ਉਹਦਾ ਪ੍ਰਭੂ ਦਾ ਪਿਆਰ ਨਜ਼ਰ ਆਵੇਗਾ, ਉਹ ਦੂਸਰਿਆਂ ਨੂੰ ਪਿਆਰ ਦਿਖਾਵੇਗਾ। ਜਦੋਂ ਤੁਹਾਡਾ ਜਿਹੜੀ ਸਪਿਰਿਚੁਅਲ ਤੁਹਾਡੀ ਗਿਆਨ ਹੈ ਉਹ ਵੱਧ ਰਿਹਾ ਆ, ਦੂਸਰਿਆਂ ਦੇ ਵੱਲ ਨੂੰ ਰਹਿਮ ਰੱਖੀਏ, ਕਿਰਪਾ ਰੱਖੀਏ, ਉਹਨਾਂ ਦੇ ਵੱਲ ਨੂੰ ਜਿਨ੍ਹਾਂ ਦੀ ਤੁਹਾਡੇ ਵਰਗੀ ਅੰਡਰਸਟੈਂਡਿੰਗ ਨਹੀਂ ਆ ਹਾਲੇ। ਇਹ ਇੱਕ ਨਿਸ਼ਾਨ ਹੋਵੇਗਾ ਤੁਹਾਡੇ ਵਿੱਚ ਕਿ ਤੁਸੀਂ ਸਿਰਫ ਦਿਮਾਗੀ ਤੌਰ ਤੇ ਵੱਡੇ ਨਹੀਂ ਹੋ ਰਹੇ, ਬਲਕਿ ਤੁਸੀਂ ਰੂਹਾਨੀ ਤੌਰ ਤੇ ਵੀ ਵੱਧ ਰਹੇ ਹੋ। ਲੇਕਿਨ ਮੈਂ ਅੱਜ ਤੁਹਾਨੂੰ ਇੱਕ ਹੋਰ ਨਵੇਂ ਰੰਗ ਦੇ ਵਿੱਚ ਲੈ ਕੇ ਜਾਣਾ ਮੰਗਦਾ ਹਾਂ। ਅਸੀਂ ਗੱਲ ਕੀਤੀ ਸੀ ਕਿ ਉਹ ਰੂਹ ਦੇ ਵਿੱਚ ਸੀਗਾ, ਅਸੀਂ ਇਹ ਗੱਲ ਕੀਤੀ ਕਿ ਉਸਨੇ ਰੂਹ ਦੇ ਵਿੱਚ ਕਿਸ ਤਰ੍ਹਾਂ ਸੁਣਿਆ, ਅਸੀਂ ਇਹ ਵੀ ਗੱਲ ਕੀਤੀ ਕਿ ਕਿਸ ਤਰ੍ਹਾਂ ਜਦੋਂ ਉਸਨੇ ਰੂਹ ਦੇ ਵਿੱਚ ਸੁਣਿਆ ਉਸਨੇ ਰੂਹ ਦੇ ਵਿੱਚ ਦੇਖਿਆ, ਔਰ ਹੁਣ ਜਦੋਂ ਆਵਾਜ਼ ਉਸਨੂੰ ਸੁਣਦੀ ਆ ਔਰ ਉਹ ਆਵਾਜ਼ ਉਸਨੂੰ ਸੁਣਦੀ ਆ ਉਸਨੂੰ ਇਨਸਟਰਕਸ਼ਨ ਦੇਣਾ ਸ਼ੁਰੂ ਕਰਦੀ ਆ। ਹੁਣ ਇਹ ਜਿਹੜੀ ਆਵਾਜ਼ ਆ ਹੁਣ ਉਹਨੂੰ ਕਹਿ ਰਹੀ ਆ ਕਿ ਦੇਖ ਕਿ ਜੋ ਮੈਂ ਤੈਨੂੰ ਦਿਖਾ ਰਿਹਾ ਆ, ਔਰ ਉਹਨਾਂ ਨੂੰ ਲਿਖ ਜੋ ਮੈਂ ਤੈਨੂੰ ਦਿਖਾਇਆ ਆ। ਹੁਣ ਉਹ ਜਿਹੜੀ ਆਵਾਜ਼ ਆ ਉਸਨੂੰ ਐਡਰੈਸ ਦੇਣਾ ਸ਼ੁਰੂ ਕਰ ਦਿੰਦੀ ਆ ਕਿ ਕਿੱਥੇ ਚਿੱਠੀਆਂ ਨੂੰ ਤੂੰ ਘੱਲਣਾ ਆ। ਔਰ ਇਸ ਵੇਲੇ ਇਹ ਬਹੁਤ ਜ਼ਰੂਰੀ ਹੈ, ਸਮਝਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਕਿ ਪਰਮੇਸ਼ਵਰ ਦਾ ਜੋ ਸੇਵਕ ਯਹੂਨਾ ਉਹ ਇੱਕ ਮੁੜ ਰਿਹਾ ਦੇਖਣ ਨੂੰ ਕਿ ਕਿੱਥੋਂ ਇਹ ਆਵਾਜ਼ ਆ ਰਹੀ ਆ, ਕਿੱਥੋਂ ਇਹ ਆਵਾਜ਼ ਆ ਰਹੀ ਆ, ਕਿੱਥੋਂ ਇਹ ਆਵਾਜ਼ ਆ ਰਹੀ ਆ, ਕਿੱਥੋਂ ਇਹ ਆਵਾਜ਼ ਆ ਰਹੀ ਆ। ਕਿ ਮੈਂ ਜੋ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਿਹਾ ਇਹ ਬਹੁਤ ਹੀ ਵੱਡਾ ਪ੍ਰਿੰਸੀਪਲ ਹੈ ਕਿ ਸਿਰਫ ਇਹ ਨਾ ਸੋਚੀਏ ਕਿ ਜੋ ਤੁਹਾਨੂੰ ਸੁਣਦਾ ਆ ਉਹਦੇ ਉੱਤੇ ਡਿਪੈਂਡ ਕਰੀਏ। ਤੁਹਾਨੂੰ ਬਹੁਤ ਪੇ ਅਟੈਂਸ਼ਨ ਕਰਨ ਦੀ ਲੋੜ ਆ ਕਿ ਡੀਟੇਲਸ ਦੇ ਉੱਤੇ। ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀਗਾ ਪਿਛਲੇ ਹਫਤੇ ਕਿ ਜੋ ਡੀਟੇਲਸ ਆ ਪ੍ਰਕਾਸ਼ਨ ਦੇ ਵਿੱਚ ਜੋ ਕਿ ਤੁਹਾਨੂੰ ਵੱਡਾਈ ਦੇ ਵਿੱਚ ਲੈ ਕੇ ਜਾਂਦੇ ਆ, ਜਿਸ ਤਰ੍ਹਾਂ ਕਿ ਇਤਿਹਾਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਲੜਾਈਆਂ ਸ਼ੁਰੂ ਕੀਤੀਆਂ, ਧਰਮ ਸ਼ੁਰੂ ਕੀਤੇ, ਕਿਉਂਕਿ ਉਹਨਾਂ ਨੇ ਸੋਚਿਆ ਆਪਣੇ ਆਪ ਦੇ ਵਿੱਚ ਕਿ ਕੁਝ ਸਹੀ ਸੀਗਾ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਚੀਜ਼ ਤੋਂ ਡਰ ਜਾਈਏ, ਲੇਕਿਨ ਪਰਮੇਸ਼ਵਰ ਸਾਨੂੰ ਦਿਖਾਉਂਦਾ ਆ ਕਿ ਜੋ ਅਸੀਂ ਡਰ ਕੇ ਨਾ ਰਹੀਏ, ਬਲਕਿ ਅਸੀਂ ਉਸ ਆਵਾਜ਼ ਨੂੰ ਦੇਖੀਏ ਜੋ ਆਵਾਜ਼ ਆ ਰਹੀ ਆ। ਉਹ ਆਵਾਜ਼ ਕਿੱਥੋਂ ਆ ਰਹੀ ਆ, ਭਾਵੇਂ ਉਹ ਸਾਨੂੰ ਆਵਾਜ਼ ਸੁਪਨੇ ਦੇ ਵਿੱਚੋਂ ਆਵੇ, ਰੈਵਲੇਸ਼ਨ ਹੋਵੇ ਜਾਂ ਕਿਤੋਂ ਵੀ ਹੋਵੇ। ਸਾਨੂੰ ਜ਼ਰੂਰੀ ਆ ਕਿ ਅਸੀਂ ਉਸ ਆਵਾਜ਼ ਜਿੱਥੋਂ ਆਈ ਉਸ ਨੂੰ ਡੂੰਘਾਈ ਦੀ ਤਰ੍ਹਾਂ ਸੋਚੀਏ, ਬਿਕਾਜ਼ ਉਹ ਸਾਨੂੰ ਸ਼ੈਤਾਨ ਵੱਲੋਂ ਵੀ ਆ ਸਕਦੀ ਆ। ਅਸੀਂ ਇਸ ਤਰ੍ਹਾਂ ਦੀ ਜਨਰੇਸ਼ਨ ਦੇ ਵਿੱਚ ਜਿੱਥੇ ਕਿ ਬਹੁਤ ਜ਼ਿਆਦਾ ਸਾਡੇ ਕੋਲ ਟੈਕਨੋਲੋਜੀ ਆ, ਸਾਡੇ ਕੋਲ ਬਹੁਤ ਜਲਦੀ ਇਨਫੋਰਮੇਸ਼ਨ ਆ ਜਾਂਦੀ ਆ, ਬਹੁਤ ਜਲਦੀ ਸਾਡੇ ਕੋਲ ਸਾਰੀਆਂ ਗੱਲਾਂ ਆ ਜਾਂਦੀਆਂ।
ਅਸੀਂ ਬਹੁਤ ਜਲਦੀ ਲੋਕਾਂ ਦੇ ਉੱਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦੇ ਆ। ਇਸ ਲਈ ਕਲਾਮ ਕਹਿੰਦਾ ਆ ਕਿ ਦੇਖਣ ਦੇ ਜਿੱਦਾਂ ਜੋ ਕੋਈ ਦੇਖਦਾ ਆ ਉਸ ਤਰ੍ਹਾਂ ਉਸਨੂੰ ਜੱਜ ਨਾ ਕਰੋ, ਲੇਕਿਨ ਸਹੀ ਤਰ੍ਹਾਂ ਜੱਜ ਕਰੋ। ਰਾਈਟ ਜਿਹੜਾ ਸਹੀ ਜੱਜਮੈਂਟ ਆ ਉਹ ਆ ਕਿ ਜਦੋਂ ਤੁਸੀਂ ਪਰਮੇਸ਼ਵਰ ਦੀਆਂ ਅੱਖਾਂ ਦੇ ਦੁਆਰਾ ਤੁਸੀਂ ਦੇਖਦੇ ਆ। ਜੇ ਤੁਸੀਂ ਦੇਖਦੇ ਆ ਕਿ ਕੋਈ ਇਨਸਾਨ ਆਪਣੇ ਗਲਤ ਜਾ ਰਿਹਾ ਆ, ਜੇ ਕੋਈ ਪਰਮੇਸ਼ਵਰ ਦਾ ਜੇ ਕੋਈ ਸੇਵਕ ਆ ਜੋ ਕਿ ਸਹੀ ਗੱਲਾਂ ਕਰ ਰਿਹਾ ਹੈ, ਅਸੀਂ ਬਹੁਤ ਜਲਦੀ ਕਹਿ ਦਿੰਦੇ ਕਿ ਕੀ ਸੱਚੀ ਪਰਮੇਸ਼ਵਰ ਵੱਲੋਂ ਉਹਨੇ ਗੱਲਾਂ ਕਹੀਆਂ ਆ। ਧਿਆਨ ਦੇ ਨਾਲ ਧਿਆਨ ਰੱਖੀਏ ਕਿ ਤੁਸੀਂ ਇਸ ਜਜਮੈਂਟ ਦੇ ਵਿੱਚ ਨਾ ਪਈਏ, ਕਿਉਂਕਿ ਬਹੁਤ ਹੀ ਡੇਂਜਰਸ ਜ਼ੋਨ ਆ, ਕਿਉਂਕਿ ਅਸੀਂ ਬਹੁਤ ਜਲਦੀ ਜਜਮੈਂਟ ਤਖਤ ਉੱਤੇ ਬੈਠਣਾ ਮੰਗਦੇ ਆ। ਲੇਕਿਨ ਸਿਰਫ ਇੱਕੋ ਹੀ ਜਗ੍ਹਾ ਆ ਜਿੱਥੇ ਕਿ ਪਰਮੇਸ਼ਵਰ ਆ, ਸਿਰਫ ਉਹੀ ਨਿਆਂ ਕਰ ਸਕਦਾ ਆ। ਸਾਨੂੰ ਸ਼ੁਰੂ ਕਰਨਾ ਚਾਹੀਦਾ ਆਪਣੇ ਅੰਦਰ ਦੇਖਣ ਦੇ ਨਾਲ। ਅਸੀਂ ਸਾਨੂੰ ਆਪਣੇ ਉੱਤੇ ਸਖਤ ਹੋਣਾ ਪੈਣਾ ਆ, ਆਪਣੇ ਉੱਤੇ ਸਖਤ ਹੋਣਾ ਪੈਣਾ ਹੈ। ਜਦੋਂ ਅਸੀਂ ਆਪਣੇ ਉੱਤੇ ਸਖਤ ਹੁੰਨੇ ਆ, ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਆਪਣੇ ਆਪ ਨੂੰ ਬਾਕੀ ਚੀਜ਼ਾਂ ਤੋਂ ਐਕਸਕਿਊਜ਼ ਕਰਦੇ ਆ, ਜਿੱਥੇ ਅਸੀਂ ਆਪਣੇ ਆਪ ਨੂੰ ਮਾਰਨਾ ਸ਼ੁਰੂ ਕਰ ਦਿੰਨੇ ਆ। ਨਹੀਂ, ਉਹਦਾ ਮਤਲਬ ਇਹ ਨਹੀਂਗਾ। ਆਪਣੇ ਆਪ ਨੂੰ ਪਰਮੇਸ਼ਵਰ ਵਿੱਚ ਰੱਖਣਾ। ਜੋ ਚੀਜ਼ਾਂ ਸਾਨੂੰ ਰੂਹਾਨੀ ਆਲਮ ਦੇ ਵਿੱਚ ਦਿਖਾਈ ਦਿੰਦੀਆਂ ਆ, ਜੋ ਚੀਜ਼ਾਂ ਸਾਨੂੰ ਕੁਦਰਤੀ ਆਲਮ ਵਿੱਚ ਦਿਖਾਈ ਦਿੰਦੀਆਂ, ਉਹ ਸਾਨੂੰ ਰੂਹਾਨੀ ਆਲਮ ਵਿੱਚ ਉਹਦਾ ਇਫੈਕਟ ਹੋ ਸਕਦਾ ਆ। ਜੋ ਚੀਜ਼ਾਂ ਤੁਸੀਂ ਸਵੇਰ ਨੂੰ ਦੇਖਦੇ ਆ, ਉਹ ਤੁਹਾਨੂੰ ਸੁਪਨਿਆਂ ਵਿੱਚ ਰਾਤ ਨੂੰ ਆ ਸਕਦੀਆਂ। ਜੇ ਤੁਸੀਂ ਜੋ ਕੁਝ ਵੀ ਤੁਸੀਂ ਕੁਦਰਤੀ ਤੌਰ ਤੇ ਜਿਹਦੇ ਵਿੱਚ ਹਿੱਸਾ ਲਿਆ ਆ, ਉਹ ਤੁਹਾਡੇ ਰੂਹਾਨੀ ਆਲਮ ਵਿੱਚ ਅੰਦਰ ਆ ਸਕਦੇ ਆ। ਜੇ ਤੁਸੀਂ ਸੁਪਨੇ ਦੇਖਦੇ ਆ ਜਸਟ ਬਿਕਾਜ਼ ਉਹ ਚੰਗਾ ਡ੍ਰੀਮ ਆ, ਇਹਦਾ ਮਤਲਬ ਇਹ ਨਹੀਂਗਾ ਕਿ ਉਹ ਪਰਮੇਸ਼ਵਰ ਵੱਲੋਂ ਆਇਆ ਹੈ। ਜੇ ਤੁਸੀਂ ਕਿਸੇ ਚੀਜ਼ ਦੀ ਤਮੰਨਾ ਕਰ ਰਹੇ ਹੋ ਕੁਝ ਪਲਾਂ ਤੋਂ, ਔਰ ਉਹ ਤੁਹਾਡੇ ਸੁਪਨੇ ਵਿੱਚ ਆ ਕੇ ਤੁਹਾਡੇ ਸਾਹਮਣੇ ਆਂਦਾ ਹੈ, ਉਸ ਥੋੜੇ ਸੋਚੀਏ ਕਿ ਪ੍ਰਭੂ ਮੈਂ ਇਹਦੀ ਸੋਰਸ ਦੇਖਣਾ ਮੰਗਦਾ ਕਿ ਕਿੱਥੋਂ ਆਇਆ ਆ। ਔਰ ਮੈਂ ਆਪਣੇ ਜੀਵਨ ਵਿੱਚ ਦੇਖਿਆ ਕਿ ਬਹੁਤ ਸਾਰੇ ਲੋਕੀ ਧੋਖਾ ਖਾ ਦਿੰਦੇ ਆ, ਕਿਉਂਕਿ ਉਹ ਦੇਖਦੇ ਕਿ ਜੋ ਤੋਹਫੇ ਆ ਉਹਨਾਂ ਨੂੰ ਧੋਖਾ ਦਿੰਦੇ ਆ। ਜਿਹੜੇ ਤੋਹਫੇ ਜਿਹੜੇ ਆ ਉਹ ਨਹੀਂ ਸਾਡਾ ਸੋਰਸ, ਪਰਮੇਸ਼ਵਰ ਸਾਡਾ ਸੋਰਸ ਆ। ਪਰਮੇਸ਼ਵਰ ਜਿਸਨੇ ਸਾਨੂੰ ਤੋਹਫੇ ਦਿੱਤੇ, ਸਾਨੂੰ ਪਰਮੇਸ਼ਵਰ ਦੇ ਉੱਤੇ ਨਿਰਭਰ ਹੋਣ ਦੀ ਲੋੜ ਆ। ਅਸੀਂ ਆਪਣੇ ਤੋਹਫਿਆਂ ਉੱਤੇ ਨਿਰਭਰ ਹੋਣਾ ਸ਼ੁਰੂ ਕਰ ਦਿੰਦੇ ਆ, ਸਾਨੂੰ ਪਰਮੇਸ਼ਵਰ ਉੱਤੇ ਨਿਰਭਰ ਹੋਣ ਦੀ ਲੋੜ ਆ। ਮੈਂ ਤੁਹਾਡੇ ਨਾਲ ਗੱਲ ਕਰਨਾ ਮੰਗਦਾ ਮੂਸਾ ਦੇ ਬਾਰੇ। ਇੱਕ ਵਾਰ ਮੂਸਾ ਨੇ ਪਰਮੇਸ਼ਵਰ ਦੀ ਬਹੁਤ ਹੀ ਵੱਡਾ ਦਰਸ਼ਨ ਦੇਖਿਆ। ਉਸਨੇ ਜਲਦੀ ਹੋਈ ਝਾੜੀ ਨੂੰ ਦੇਖਿਆ, ਉਸਨੇ ਦੇਖਿਆ ਦੂਰੋਂ ਦੀ, ਉਸਨੇ ਕਿਹਾ, ਉਸਨੇ ਆਪਣੇ ਆਪ ਨੂੰ ਸੋਚਿਆ ਕਿ ਮੈਂ ਇਹਦੇ ਵੱਲ ਨੂੰ ਦੇਖਾਂ, ਇਸ ਬਲਦੀ ਹੋਈ ਝਾੜੀ ਨੂੰ ਦੇਖਾਂ। ਉਹ ਜਦੋਂ ਉਹਦੇ ਨੇੜੇ ਆਇਆ, ਉਹ ਦੇਖੋ ਪਰਮੇਸ਼ਵਰ ਨੇ ਆਪਣੇ ਆਪ ਨੂੰ ਦਰਸਾਇਆ ਮੂਸਾ ਦੇ ਸਾਹਮਣੇ। ਇੱਕ ਕੁਝ ਚੀਜ਼ ਹੁੰਦੀ ਹੈ ਸਾਡੇ ਨਾਲ, ਜਦੋਂ ਸਾਰੀਆਂ ਚੀਜ਼ਾਂ ਦੇ ਵਿਚਕਾਰ, ਭਾਵੇਂ ਜਿੱਦਾਂ ਮਰਜੀ ਡਿਸਟਰੈਕਸ਼ਨ ਹੁੰਦਾ ਹੋਵੇ, ਕਨਫਿਊਜ਼ਨ ਹੋਵੇ ਤੁਹਾਡੇ ਆਸੇ-ਪਾਸੇ ਦਰਦ ਹੋਵੇ, ਡਰ ਹੋਵੇ, ਜਦੋਂ ਤੁਸੀਂ ਆਪਣੀਆਂ ਅੱਖਾਂ ਸਾਰੀਆਂ ਚੀਜ਼ਾਂ ਤੋਂ ਹਟਾ ਕੇ ਜੋ ਤੁਹਾਡੇ ਆਸੇ-ਪਾਸੇ ਹੋ ਰਹੀਆਂ ਹੈ, ਔਰ ਤੁਸੀਂ ਉਹਨਾਂ ਅੱਖਾਂ ਨੂੰ ਪਰਮੇਸ਼ਵਰ ਵੱਲੋਂ ਲਗਾਉਂਦੇ, ਉਹਦੀ ਬਲਦੀ ਹੋਈ ਝਾੜੀ ਵੱਲ ਨੂੰ ਲਗਾਉਂਦੇ ਆ, ਔਰ ਤੁਸੀਂ ਉਹਦੀਆਂ ਗੱਲਾਂ ਨੂੰ ਦੇਖਦੇ ਆ, ਔਰ ਤੁਸੀਂ ਉਹਦੇ ਵੱਲ ਨੂੰ ਮੁੜਦੇ ਆ। ਤੁਸੀਂ ਕਹਿੰਦੇ ਕਿ ਮੈਂ ਦੂਰੋਂ ਦੀ ਨਹੀਂ ਇਸ ਨੂੰ ਦੇਖਣਾ ਮੰਗਦਾ, ਮੈਂ ਨੇੜੇ ਆਉਣਾ ਮੰਗਦਾ ਆ, ਉਹਦੇ ਨਜ਼ਦੀਕ ਆਉਣਾ ਮੰਗਦਾ ਆ। ਮੈਂ ਇਸ ਦੀ ਨਜ਼ਦੀਕੀ ਨੂੰ ਮੈਂ ਮਹਿਸੂਸ ਕਰਨਾ ਮੰਗਦਾ ਆ। ਮੈਂ ਮੰਗਦਾ ਆ ਕਿ ਪ੍ਰਭੂ ਮੇਰੇ ਨਜ਼ਦੀਕ ਆਵੇ, ਮੇਰੇ ਪਰਿਵਾਰ ਦੇ ਨਜ਼ਦੀਕ ਆਵੇ। ਮੈਂ ਮੰਗਦਾ ਹਾਂ ਕਿ ਪ੍ਰਭੂ ਮੇਰੇ ਬੇਟੇ ਨੂੰ ਛੂਏ। ਜਦੋਂ ਤੁਸੀਂ ਏਦਾਂ ਦੀਆਂ ਗੱਲਾਂ ਤੁਸੀਂ ਮੰਗਦੇ ਹੋ ਕਿ ਪਰਮੇਸ਼ਵਰ ਦੇ ਨਜ਼ਦੀਕੀ ਦੇ ਵਿੱਚ ਜਾਵੋ, ਤੁਹਾਨੂੰ ਕੁਝ ਦਿਖਣਾ ਸ਼ੁਰੂ ਹੋ ਜਾਂਦਾ ਆ, ਔਰ ਉਹ ਸਭ ਨਾਲੋਂ ਵੱਡਾ ਆ, ਉਹ ਉਸ ਦੇ ਨਾਲੋਂ ਵੀ ਵੱਧ ਕੇ ਆ ਕਿ ਪਰਮੇਸ਼ਵਰ ਤੁਹਾਡੀ ਨਜ਼ਦੀਕੀ ਮੰਗਦਾ ਆ। ਤੁਸੀਂ ਸੋਚਦੇ ਹੋ ਕਿ ਤੁਹਾਡਾ ਆਈਡੀਆ ਸੀਗਾ ਕਿ ਤੁਸੀਂ ਪਰਮੇਸ਼ਵਰ ਦੇ ਨਜ਼ਦੀਕ ਜਾਵੋ, ਲੇਕਿਨ
ਤੁਸੀਂ ਇਹ ਸੋਚ ਵੀ ਨਹੀਂ ਸਕਦੇ ਕਿ ਇਹ ਤੁਹਾਡਾ ਆਈਡੀਆ ਨਹੀਂਗਾ, ਇਹ ਪਰਮੇਸ਼ਵਰ ਦੀ ਤਮੰਨਾ ਹੈ ਕਿ ਤੁਹਾਡੇ ਨਜ਼ਦੀਕ ਆਵੇ। ਪਰਮੇਸ਼ਵਰ ਦੇ ਲੋਕੋ, ਮੇਰੀ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣੀਏ। ਅਸੀਂ ਪਰਮੇਸ਼ਵਰ ਨੂੰ ਪਿਆਰ ਨਹੀਂ ਕਰ ਸਕਦੇ ਆਪਣੇ ਆਪ ਤੇ। ਜੇ ਕੋਈ ਪਿਆਰ ਹੈਗਾ ਆ, ਜਿਹਦਾ ਕੋਈ ਜਨਮ ਹੋਇਆ ਆ, ਉਹ ਸਾਡੇ ਵੱਲੋਂ ਉਤਪੰਨ ਨਹੀਂ ਹੋਇਆ। ਸਾਡਾ ਜਿਹੜਾ ਮਾਸ ਆ, ਸਾਡਾ ਮਾਸ ਪਰਮੇਸ਼ਵਰ ਨੂੰ ਪਿਆਰ ਨਹੀਂ ਕਰ ਸਕਦਾ। ਸਾਡਾ ਜਿਹੜਾ ਮਾਸ ਆ, ਸਾਡਾ ਸਰੀਰ ਆ, ਹਮੇਸ਼ਾ ਪਰਮੇਸ਼ਵਰ ਦੀ ਗੱਲਾਂ ਦੇ ਖਿਲਾਫ ਰਹਿੰਦਾ ਆ। ਇਸ ਲਈ ਜੇ ਤੁਸੀਂ ਦੇਖਦੇ ਹੋ ਕਿ ਪਰਮੇਸ਼ਵਰ ਤੁਹਾਨੂੰ ਆਪਣੇ ਕੋਲ ਬੁਲਾ ਰਿਹਾ ਆ ਇਸ ਵੀਡੀਓ ਦੇ ਦੁਆਰਾ, ਜੇ ਤੁਸੀਂ ਦੇਖਦੇ ਹੋ ਕਿ ਪਵਿੱਤਰ ਆਤਮਾ ਤੁਹਾਨੂੰ ਆਪਣੇ ਕੋਲ ਬੁਲਾ ਰਿਹਾ, ਤੁਹਾਡੇ ਦਿਲਾਂ ਉੱਤੇ ਨੌਕ ਕਰ ਰਿਹਾ ਆ, ਤੁਹਾਡੇ ਦਿਲਾਂ ਉਹਨੂੰ ਖੜਖੜਾ ਰਿਹਾ, ਮੇਰੇ ਪੈਰ ਉੱਤੇ ਭਰਾਵੋ, ਇੱਕ ਤੋਹਫਾ ਆ ਪਰਮੇਸ਼ਵਰ ਦੇ ਵੱਲੋਂ। ਹਾਂ, ਇਸ ਕਰਕੇ ਜੋ ਕਲਾਮ ਉਹ ਦੱਸਦਾ ਆ, ਵਚਨ ਦੱਸਦਾ ਆ, ਲਵ, ਅਸੀਂ ਉਸਨੂੰ ਪਿਆਰ ਕਰਦੇ ਆ ਕਿਉਂਕਿ ਉਸਨੇ ਸਾਨੂੰ ਪਹਿਲਾਂ ਪਿਆਰ ਕੀਤਾ। ਇਹਦਾ ਮਤਲਬ ਇਹ ਆ ਕਿ ਜੋ ਸਾਡਾ ਪਿਆਰ ਆ ਉਹ ਸਾਡਾ ਨਿਗਾ, ਲੇਕਿਨ ਜੋ ਸਾਡੇ ਅੰਦਰ ਜੋ ਪਿਆਰ ਆ ਉਹ ਪਰਮੇਸ਼ਵਰ ਦੇ ਵੱਲੋਂ ਇੱਕ ਤੋਹਫਾ ਆ। ਪਰਮੇਸ਼ਵਰ ਦੇ ਲੋਕੋ, ਜੇ ਅਸੀਂ ਮੁੜਾਂਗੇ ਨਹੀਂ ਤਾਂ ਅਸੀਂ ਉਸ ਪਲ ਨੂੰ ਮਿਸ ਕਰ ਜਾਵਾਂਗੇ ਜੋ ਕਿ ਪੂਰੇ ਸਾਡੇ ਜੀਵਨ ਦੇ ਉੱਤੇ ਪ੍ਰਭਾਵ ਪਾ ਸਕਦਾ ਸੀਗਾ। ਦੁਸ਼ਮਣ ਜੋ ਆ ਉਹ ਲੱਭ ਰਿਹਾ ਆ ਇਸ ਮੌਸਮ ਦੇ ਵਿੱਚ, ਉਹ ਸਾਡੇ ਵੱਲੋਂ ਡਿਸਟਰੈਕਸ਼ਨਸ ਘੱਲ ਰਿਹਾ ਆ ਇਸ ਮੌਸਮ ਦੇ ਵਿੱਚ, ਔਰ ਬਹੁਤ ਸਾਰਿਆਂ ਨੇ ਕੁੱਟ ਵੀ ਖਾਧੀ ਆ, ਲੇਕਿਨ ਅਸੀਂ ਦੁਬਾਰਾ ਸੁਣਨਾ ਮੰਗਦੇ ਆ ਉਸ ਬੁਲਾਹਟ ਨੂੰ ਜੋ ਕਿ ਯਿਸੂ ਮਸੀਹ ਸਾਡੇ ਦਿਲਾਂ ਉੱਤੇ ਖੜਖੜਾ ਰਿਹਾ ਆ। ਆਓ ਇਸ ਪਲ ਨੂੰ ਮਿਸ ਨਾ ਕਰੀਏ, ਕਿ ਇਸ ਪਲ ਨੂੰ ਪਛਾਣਨ ਵਿੱਚ ਮਿਸ ਨਾ ਕਰੀਏ ਕਿ ਜੋ ਸਾਡਾ ਰਿਸਪੌਂਸ ਆ ਜੋ ਉਹਦੇ ਵੱਲ ਨੂੰ, ਉਹ ਸਾਡੇ ਵਾਸਤੇ ਇੱਕ ਬ੍ਰੇਕ ਥਰੂ ਲੈ ਕੇ ਆਵੇਗਾ, ਸਾਡੇ ਦੇਸ਼ ਦੇ ਵਾਸਤੇ, ਜਨਰੇਸ਼ਨ ਦੇ ਵਾਸਤੇ। ਜਦੋਂ ਮੂਸਾ ਨੂੰ ਪਰਮੇਸ਼ਵਰ ਦੀ ਹਜ਼ੂਰੀ ਮਿਲੀ, ਜਦੋਂ ਬਹੁਤ ਵਾਰ ਮੂਸਾ ਵਾਪਸ ਗਿਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ, ਬਾਰ-ਬਾਰ ਉਦੋਂ ਪਰਮੇਸ਼ਵਰ ਦੇ ਦਰਸ਼ਨ ਹੋਏ। ਇਹ ਬਿਲਕੁਲ ਉਸੇ ਤਰ੍ਹਾਂ ਹੀ ਆ ਜਦੋਂ ਕਿ ਪਰਮੇਸ਼ਵਰ ਦੇ ਬੱਚੇ ਨੂੰ ਅੱਜ ਹੁੰਦਾ। ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਰਸੂਲਾਂ ਦੇ ਕਰਤੱਵ ਦੇ ਵਿੱਚ ਕਿਸ ਤਰ੍ਹਾਂ ਪਰਮੇਸ਼ਵਰ ਪਵਿੱਤਰ ਆਤਮਾ ਉਹਨਾਂ ਦੇ ਉੱਪਰ ਆਇਆ, ਔਰ ਕਿਸ ਤਰ੍ਹਾਂ ਬਾਰ-ਬਾਰ ਜਿਹੜੇ ਪਰਮੇਸ਼ਵਰ ਦੇ ਚੇਲੇ ਸੀਗੇ ਪਰਮੇਸ਼ਵਰ ਦੀ ਹਜ਼ੂਰੀ ਨੂੰ ਬਾਰ-ਬਾਰ ਮੰਗਦੇ ਸੀਗੇ, ਕਹਿੰਦੇ ਸੀ ਕਿ ਬਾਰ-ਬਾਰ ਉਹਨਾਂ ਦੇ ਉੱਪਰ ਆਵੇ। ਔਰ ਜਦੋਂ ਹੁਣ ਸਾਡੇ ਕੋਲ ਇਨਕਾਊਂਟਰ ਹੋ ਰਿਹਾ, ਪਰਮੇਸ਼ਵਰ ਦੇ ਦਰਸ਼ਨ ਹੋ ਰਹੇ ਆ, ਜਦੋਂ ਇਸ ਲਈ ਪਲੀਜ਼ ਫੈਮਿਲੀਅਰ ਨਾ ਹੋਵੇਗੇ, ਐਵੇਂ ਨਾ ਉਸਨੂੰ ਜਾਣੇ ਕਿ ਇਹ ਤਾਂ ਹੁੰਦਾ ਹੀ ਰਹਿੰਦਾ ਆ। ਨੋ, ਇਹ ਬਹੁਤ ਵੱਡਾ ਖਤਰਾ ਆ। ਇਸ ਲਈ ਮੈਂ ਮੰਗਦਾ ਕਿ ਤੁਸੀਂ ਆਪਣੇ ਆਪ ਨੂੰ ਦੇਖੋ ਔਰ ਕਹੋ, ਮੇਰਾ ਜੋ ਇੰਟਰਸਟ ਹੈ ਜੋ ਪਹਿਲਾਂ ਸੀਗਾ ਔਰ ਜੋ ਮੇਰਾ ਹੁਣ ਜੋ ਇੰਟਰਸਟ ਆ ਹੁਣ, ਉਹਦੇ ਵਿੱਚ ਕੀ ਕੰਪੈਰੀਜ਼ਨ ਆ, ਕੀ ਅੰਤਰ ਆ, ਕਿਸ ਤਰ੍ਹਾਂ ਪਹਿਲਾਂ ਮੈਂ ਸਰਵਿਸ ਦੇ ਵਾਸਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰਿਪੇਅਰ ਕਰਦਾ ਸੀਗਾ ਪਹਿਲਾਂ, ਔਰ ਅੱਜ ਮੈਂ ਹੁਣ ਕਿਸ ਤਰ੍ਹਾਂ ਪ੍ਰਿਪੇਅਰ ਕਰਦਾ ਆ। ਔਰ ਜੇ ਇਸੇ ਤਰ੍ਹਾਂ ਜੋ ਦੁਸ਼ਮਣ ਜੋ ਆ ਉਹ ਹਮੇਸ਼ਾ ਜਿਹੜਾ ਇੱਕ ਮਸੀਹੀ ਦਾ ਜੋ ਉਹਦੀ ਜਲਨ ਆ ਉਸਨੂੰ ਹਮੇਸ਼ਾ ਘੱਟ ਕਰਨ ਦੀ ਕੋਸ਼ਿਸ਼ ਕਰਦਾ ਆ, ਉਹਨਾਂ ਦੇ ਆਰਾਧਨਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਆ, ਉਹਨਾਂ ਦੇ ਦੇਣ ਦੀ ਆਤਮਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਆ, ਔਰ ਜੋ ਗੱਲਾਂ ਪਹਿਲਾਂ ਉਹਨਾਂ ਨੂੰ ਇਫੈਕਟ ਕਰਦੀਆਂ ਸੀਗੀਆਂ ਹੁਣ ਨਹੀਂ ਇਫੈਕਟ ਕਰਦੀਆਂ। ਮੈਂ ਤੁਹਾਨੂੰ ਦਿਖਾਉਣਾ ਮੰਗਦੀ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਮੂਸਾ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਪੁਰਾਣੇ ਨਿਯਮ ਦੇ ਵਿੱਚ ਲਿਖਿਆ ਕਿ ਕੋਈ ਵੀ ਨਹੀਂ ਸੀਗਾ ਇਸ ਤਰ੍ਹਾਂ ਜਿਸ ਇਤਨੇ ਜਲਾਲ ਵਿੱਚ ਜਿਸ ਦਾ ਇਸਤੇਮਾਲ ਕੀਤਾ ਗਿਆ, ਜਿਸ ਤਰ੍ਹਾਂ ਮੂਸਾ ਦਾ ਇਸਤੇਮਾਲ ਕੀਤਾ ਗਿਆ। ਲਾਲ ਸਮੁੰਦਰ ਨੂੰ ਪਾੜਨ ਤੋਂ ਬਾਅਦ ਵੀ, ਇੰਨੇ ਚਮਤਕਾਰ ਹੋਣ ਤੋਂ ਬਾਅਦ ਵੀ, ਏਦਾਂ ਦੇ ਮਹਾਨ ਚਮਤਕਾਰਾਂ ਨੂੰ ਦੇਖਣ ਤੋਂ ਬਾਅਦ ਵੀ, ਅਬ ਜੋ ਮੂਸਾ ਸੀਗਾ ਆਪਣੀ ਮਿਨਿਸਟਰੀ ਦੇ ਵਿੱਚ ਉਹ ਰੋਂਦਾ ਸੀਗਾ, ਉਹ ਰੋਣ ਲੱਗ ਪਿਆ ਪਰਮੇਸ਼ਵਰ ਦੇ ਸਾਹਮਣੇ। ਉਹ ਕਹਿੰਦਾ, ਪਰਮੇਸ਼ਵਰ ਮੈਨੂੰ ਆਪਣੀ ਰਸਤੇ ਦਿਖਾ ਪਰਮੇਸ਼ਵਰ। ਔਰ ਉਸਨੇ ਇਹ ਵੀ ਕਿਹਾ, ਪਰਮੇਸ਼ਵਰ ਮੈਨੂੰ ਆਪਣੀ ਤੇਜ ਦਿਖਾ, ਮੈਨੂੰ ਆਪਣੀ ਮਹਿਮਾ ਦਿਖਾ, ਕਿਉਂਕਿ ਇੱਕ ਗੱਲ ਉਹ ਸਮਝ ਗਿਆ ਸੀਗਾ ਕਿ ਪਰਮੇਸ਼ਵਰ ਉਸਦਾ ਇਸਤੇਮਾਲ ਕਰ ਰਿਹਾ ਸੀਗਾ ਆਪਣੀ ਦਇਆ ਦੇ ਨਾਲ। ਲੇਕਿਨ ਇੱਕ ਪ੍ਰੋਬਲਮ ਸੀਗੀ
ਜਿਹੜੇ ਲੋਕ ਸੀਗੇ ਜਿਨ੍ਹਾਂ ਨੇ ਪਰਮੇਸ਼ਵਰ ਦੀ ਹਜ਼ੂਰੀ ਨੂੰ ਮਹਿਸੂਸ ਕੀਤਾ ਸੀਗਾ, ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਦੇ ਚਮਤਕਾਰਾਂ ਨੂੰ ਦੇਖਿਆ ਸੀਗਾ, ਉਹਦੇ ਚਿੰਨ੍ਹਾਂ ਨੂੰ ਦੇਖਿਆ ਸੀਗਾ, ਉਹਦੀ ਬਰਕਤਾਂ ਨੂੰ ਦੇਖਿਆ ਸੀਗਾ, ਉਹਦੇ ਛੁਟਕਾਰੇ ਨੂੰ ਦੇਖਿਆ ਸੀਗਾ, ਉਹਦੀ ਆਜ਼ਾਦੀ ਨੂੰ ਦੇਖਿਆ ਸੀਗਾ, ਉਹ ਲੋਕ ਕੁਝ ਮਿਸ ਕਰ ਰਹੇ ਸੀਗੇ। ਜਦੋਂ ਮੂਸਾ ਪਰਬਤ ਤੇ ਗਿਆ, ਲੋਕਾਂ ਨੇ ਉਹਨੂੰ ਕੁਝ ਸਮੇਂ ਦੇ ਵਾਸਤੇ ਨਹੀਂ ਦੇਖਿਆ। ਲੋਕ ਪਰਮੇਸ਼ਰ ਦੇ ਵਿੱਚ ਜੜ ਨਹੀਂ ਸੀ ਫੜੇ ਹੋਏ। ਉਹਨਾਂ ਨੇ ਮੂਸਾ ਦੇ ਖਿਲਾਫ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਤਿਆਰ ਸੀਗੇ ਉਸ ਤੋਂ ਦੂਰ ਜਾਣ ਦੇ ਵਾਸਤੇ। ਉਹਨਾਂ ਨੇ ਤਿਆਰ ਸੀਗੇ ਕਿ ਮਿਸਰ ਵਿੱਚ ਵਾਪਸ ਚੱਲੀਏ। ਉਹ ਮੰਗਦੇ ਸੀਗੇ ਕਿ ਇਸ ਤਰ੍ਹਾਂ ਦਾ ਉਹਨੂੰ ਪਰਮੇਸ਼ਵਰ ਉਹਨਾਂ ਦੇ ਕੋਲ ਹੋਵੇ ਜਿਹੜੇ ਕਿ ਉਸ ਨੂੰ ਦੇਖ ਸਕਣ। ਔਰ ਉਹ ਗਏ। ਉਹਨਾਂ ਨੇ ਇੱਕ ਦੂਜੇ ਨੂੰ ਕਹਿਣਾ ਸ਼ੁਰੂ ਕੀਤਾ ਕਿ ਸਾਨੂੰ ਨਹੀਂ ਪਤਾ ਕਿ ਉਹ ਵਾਪਸ ਆ ਰਿਹਾ ਕਿ ਨਹੀਂ ਆ ਰਿਹਾ, ਸਾਨੂੰ ਇੱਕ ਚਾਹੀਦਾ ਹੈ ਰੱਬ ਜਿਸ ਨੂੰ ਅਸੀਂ ਦੇਖ ਸਕੀਏ। ਸੋ ਹरून ਨੇ ਇੱਕ ਮੱਝ ਦਾ ਬੱਚਾ ਬਣਾਇਆ, ਗਾਂ ਦਾ ਬੱਚਾ ਬਣਾਇਆ ਸੋਨੇ ਦਾ। ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਔਰ ਇੰਨਾ ਪਰਮੇਸ਼ਰ ਦਾ ਤੇਜ ਦੇਖਣ ਦੇ ਬਾਵਜੂਦ ਏਦਾਂ ਦੇ ਲੋਕ ਜਿਹੜੇ ਕਿ ਮੂਸਾ ਦੀ ਬੇਮੌਜੂਦਗੀ ਦੀ ਵਜ੍ਹਾ ਦੇ ਨਾਲ ਉਹਨਾਂ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ। ਪਰਮੇਸ਼ਰ ਦੇ ਲੋਕੋ, ਕਿ ਮੈਂ ਤੁਹਾਨੂੰ ਇਨਕਰੇਜ ਕਰਨਾ ਮੰਗਦਾ ਹਾਂ ਕਿ ਇਦਾਂ ਦੀ ਦੂਰੀਆਂ ਦੇ ਨਾਲ ਪਰਮੇਸ਼ਰ ਦੀ ਕਿਰਪਾ, ਉਹਦੀ ਦਇਆ ਨੂੰ ਨਾ ਭੁੱਲੀਏ। ਜੋ ਪਰਮੇਸ਼ਵਰ ਦੀ ਦਇਆ, ਉਹਦੀ ਮਹਿਮਾ ਤੁਸੀਂ ਦੇਖ ਚੁੱਕੇ ਆ, ਉਸ ਨੂੰ ਇਹ ਦੂਰੀ ਦੀ ਵਜ੍ਹਾ ਦੇ ਨਾਲ ਜਾਣ ਨਾ ਦਈਏ। ਪਰਮੇਸ਼ਰ ਦੇ ਲੋਕੋ, ਤੁਸੀਂ ਜਾਣਦੇ ਹੋ, ਮੈਨੂੰ ਇੱਕ ਵਿਜ਼ਨ ਨਜ਼ਰ ਆ ਰਿਹਾ, ਮੈਨੂੰ ਇੱਕ ਦਰਸ਼ਨ ਨਜ਼ਰ ਆ ਰਿਹਾ ਇੱਕ ਡੱਡੂ ਦਾ, ਜੋ ਕਿ ਛਾਲ ਮਾਰਨਾ ਮੰਗਦਾ ਆ ਇੱਕ ਜਗ੍ਹਾ ਦੇ ਵਿੱਚ। ਜੇ ਕੋਈ ਚੀਜ਼ ਆ ਉਸ ਨੂੰ ਰੋਕ ਰਹੀ ਹੈ, ਲੇਕਿਨ ਉਹ ਜੰਪ ਮਾਰਨਾ ਮੰਗਦਾ ਆ। ਪਵਿੱਤਰ ਆਤਮਾ ਨੇ ਮੈਨੂੰ ਇਹ ਇੰਟਰਪ੍ਰੀਟੇਸ਼ਨ ਦਿੱਤੀ, ਜਿਹੜਾ ਡੱਡੂ ਆ ਉਹ ਰਿਪਰੈਜ਼ੈਂਟ ਕਰਦਾ ਆ ਬਾਂਝਤਾ ਦੀ ਆਤਮਾ ਨੂੰ। ਹਾਂ, ਔਰ ਜੋ ਦੁਸ਼ਮਣ ਆ ਉਹ ਮੰਗਦਾ ਆ ਕਿ ਉਹ ਮੰਗਦਾ ਹੈ ਕਿ ਬਾਂਝਤਾ ਲੈ ਕੇ ਆਈ ਜਾਵੇ ਜਿਹਦੇ ਵਿੱਚ ਫਲ ਨਾ ਹੋਵੇ। ਯਾਦ ਰੱਖੀਏ, ਯਿਸੂ ਨੇ ਕਿਹਾ ਕਿ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਤਾਂ ਮੈਂ ਤੇਰੇ ਵਿੱਚ ਬਣਿਆ ਰਵਾਂ, ਉਹ ਹੀ ਬਹੁਤ ਜ਼ਿਆਦਾ ਫਲ ਲੈ ਕੇ ਆਊਗਾ। ਯਿਸੂ ਨੇ ਅੱਗੇ ਜਾ ਕੇ ਕਿਹਾ ਕਿ ਮੇਰੇ ਤੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਔਰ ਇਸ ਵੇਲੇ ਮੈਂ ਅਗਮ ਵਾਕੀ ਤੌਰ ਤੇ ਪਵਿੱਤਰ ਆਤਮਾ ਮੈਨੂੰ ਇਹ ਕਹਿ ਰਿਹਾ ਹੈ, ਪਵਿੱਤਰ ਆਤਮਾ ਕਈਆਂ ਦੇ ਵਿੱਚੋਂ ਬਾਂਝਪਨਤਾ ਦੀ ਆਤਮਾ ਨੂੰ ਹਟਾ ਰਿਹਾ ਆ, ਜੋ ਕਿ ਤੁਹਾਡੇ ਦਿਲਾਂ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਆ। ਕਿਉਂਕਿ ਬਹੁਤ ਸਾਰਿਆਂ ਨੇ ਸੋਨੇ ਦੇ ਬੱਚੇ ਬਣਾਏ ਹੋਏ ਆ, ਜਿਨ੍ਹਾਂ ਨੂੰ ਉਹਨਾਂ ਨੇ ਆਪਣਾ ਪਰਮੇਸ਼ਰ ਬਣਾ ਰੱਖਿਆ ਆ। ਹਾਂ, ਇੱਕ ਆਤਮਾ ਆ ਜੋ ਕਿ ਬਾਂਝਤਾ ਦੀ ਆਤਮਾ ਆ, ਔਰ ਜਦੋਂ ਉਹ ਆਂਦੀ ਆ, ਔਰ ਉਹ ਇਹਦਾ ਮਤਲਬ ਇਹ ਨਹੀਂ ਕਿ ਦਿਨਾਂ ਬਲਕਿ ਹਫ਼ਤਿਆਂ ਬਲਕਿ ਮਹੀਨਿਆਂ ਤੱਕ ਤੁਹਾਡੇ ਜੀਵਨ ਵਿੱਚ ਕੋਈ ਫਲ ਨਹੀਂ ਆ ਸਕਦਾ। ਔਰ ਤੁਸੀਂ ਦੇਖੋਗੇ ਕਿ ਤੁਹਾਡੀ ਪ੍ਰਾਰਥਨਾਵਾਂ ਦਾ ਫਲ ਨਹੀਂ ਆ ਰਿਹਾ, ਤੁਹਾਡੇ ਵਿੱਚ ਫਲ ਨਹੀਂ ਹੈ। ਲੇਕਿਨ ਮੇਰਾ ਵਿਸ਼ਵਾਸ ਆ ਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ, ਤੁਸੀਂ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਇਸ ਵੀਡੀਓ ਨੂੰ ਦੇਖ ਰਹੇ ਹੋ। ਕਿਉਂਕਿ ਜਦੋਂ ਤੁਸੀਂ ਹੁਣ ਦੇਖ ਰਹੇ ਹੋ, ਪਰਮੇਸ਼ਵਰ ਦਾ ਆਤਮਾ ਤੁਹਾਨੂੰ ਦੁਬਾਰਾ ਜਵਾ ਲੇ। ਪਰਮੇਸ਼ਵਰ ਦਾ ਆਤਮਾ, ਪਵਿੱਤਰ ਆਤਮਾ ਤੁਹਾਡੇ ਦਿਲ ਨੂੰ ਫਿਰ ਦੁਬਾਰਾ ਅੱਗ ਦੇ ਵਿੱਚ ਪਰਤਾ ਦੇਵੇ। ਪਰਮੇਸ਼ਵਰ ਦਾ ਪਿਆਰ ਫਿਰ ਤੁਹਾਡੇ ਉੱਪਰ, ਤੁਹਾਡੇ ਦਿਲ ਦੇ ਉੱਪਰ ਕਬਜ਼ਾ ਕਰ ਲਵੇ, ਔਰ ਤੁਸੀਂ ਦੁਬਾਰਾ ਮੁੜ ਕੇ ਦੇਖੋ, ਤੁਸੀਂ ਦੁਬਾਰਾ ਮੁੜ ਕੇ ਦੇਖੋ, ਤੁਸੀਂ ਦੁਬਾਰਾ ਵਾਪਸ ਨਾ ਜਾਓ ਉਸ ਰੱਬ ਕੋਲ, ਆਪਣੇ ਕੋਲ, ਜੋ ਕਿ ਬੱਚੇ ਦੇ ਤਰੀਕੇ ਤੁਹਾਡੇ ਜੀਵਨ ਦੇ ਵਿੱਚ ਸੀਗਾ। ਤੁਸੀਂ ਰੁਕੋ ਔਰ ਕਹੋ ਕਿ ਪਰਮੇਸ਼ਰ ਮੈਨੂੰ ਬੁਲਾ ਰਿਹਾ ਹੈ ਔਰ ਮੈਂ ਉਹਦੀ ਆਵਾਜ਼ ਨੂੰ ਸੁਣੂਗਾ। ਜਿਹੜੀ ਬਾਂਝਪਨ ਦੀ ਆਤਮਾ ਆ, ਉਹਦਾ ਮੇਰੇ ਉੱਤੇ ਕੋਈ ਜ਼ੋਰ ਨਹੀਂ ਹੋਵੇਗਾ, ਕਿਉਂਕਿ ਮੇਰੀ ਵਜ੍ਹਾ ਦੇ ਨਾਲ ਮੇਰਾ ਜੋ ਪਰਿਵਾਰ ਆ ਉਹ ਬਾਂਝ ਦੀ ਆਤਮਾ ਤੋਂ ਨਹੀਂ ਤੜਫੇਗਾ। ਮੇਰੇ ਬੱਚੇ ਜੋ ਆ ਉਹ ਬਾਂਝਤਾ ਦੀ ਆਤਮਾ ਤੋਂ ਨਹੀਂ ਤੜਫਣਗੇ। ਮੈਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣੂਗਾ ਔਰ ਮੈਂ ਮੁੜੂੰਗਾ ਪਰਮੇਸ਼ਰ ਨੂੰ ਦੇਖਣ ਦੇ ਵਾਸਤੇ।
ਜੋ ਮੂਸਾ ਸੀਗਾ ਉਹ ਟੁੱਟਿਆ ਹੋਇਆ ਇਨਸਾਨ ਸੀਗਾ, ਔਰ ਸਾਰੀਆਂ ਗੱਲਾਂ ਜੋ ਪਰਮੇਸ਼ਵਰ ਨੇ ਕੀਤੀਆਂ ਉਹ ਉਹਨਾਂ ਲੋਕਾਂ ਨੂੰ ਲੀਡ ਕਰ ਰਿਹਾ ਸੀਗਾ ਜੋ ਕਿ ਟੁੱਟੇ ਹੋਏ ਲੋਕ ਸੀਗੇ, ਜਿਨ੍ਹਾਂ ਦੇ ਦਿਮਾਗ ਇੱਕ ਪਲ ਦੇ ਵਿੱਚ ਚੇਂਜ ਜਾਂਦੇ ਸੀਗੇ। ਇੱਕ ਦਿਨ ਉਹ ਕਹਿੰਦੇ ਸੀਗੇ ਹੋਸੰਨਾ, ਦੂਸਰੇ ਦਿਨ ਉਹ ਕਹਿੰਦੇ ਸੀਗੇ ਇਸ ਨੂੰ ਸੂਲੀ ਤੇ ਚੜਾਓ। ਨਹੀਂ, ਅਸੀਂ ਉਸ ਤਰ੍ਹਾਂ ਦੇ ਲੋਕ ਨਹੀਂ ਗਏ। ਯਿਸੂ ਨੇ ਕਿਹਾ ਜੇ ਮੇਰੇ ਅੰਦਰ ਕੋਈ ਨਹੀਂ ਵਸਦਾ, ਔਰ ਉਹ ਉਸ ਤਰ੍ਹਾਂ ਨੂੰ ਸੁੱਟਿਆ ਜਾਏਗਾ, ਉਸ ਝਾੜੀ ਦੀ ਤਰ੍ਹਾਂ, ਉਸ ਡਾਣੀ ਦੀ ਤਰ੍ਹਾਂ ਜੋ ਕਿ ਫਲ ਨਹੀਂ ਲੈ ਕੇ ਆਉਂਦੀ। ਪਰਮੇਸ਼ਵਰ ਤੁਹਾਨੂੰ ਆਪਣੇ ਨਜ਼ਦੀਕ ਲੈ ਕੇ ਆ ਰਿਹਾ ਆ। ਪਰਮੇਸ਼ਵਰ ਦਾ ਰਿਸ਼ਤਾ ਤੁਹਾਡੇ ਨਾਲ ਮਜ਼ਬੂਤ ਹੋ ਰਿਹਾ ਆ। ਤੁਸੀਂ ਬਦਲੋਗੇ, ਤੁਸੀਂ ਉਹਦੇ ਵੱਲ ਨੂੰ ਮੁੜੋਗੇ ਜਿਹੜਾ ਕਿ ਤੁਹਾਡਾ ਸੋਰਸ ਆ, ਜਿਸ ਤੋਂ ਕਿ ਇਸ ਤੋਂ ਪਹਿਲੇ ਨਾਲੋਂ ਵੀ ਵੱਧ ਕੇ ਮੈਂ ਮੰਗਦਾ ਆ। ਮੈਂ ਕੁਝ ਦੇਖ ਰਿਹਾ ਆ, ਮੈਂ ਮੰਗਦਾ ਕਿ ਤੁਸੀਂ ਆਪਣੀ ਪਰਿਵਾਰਾਂ ਦੇ ਵੱਲ ਨੂੰ, ਜੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਬੈਠੇ ਹੋ, ਉਹਨਾਂ ਦੇ ਵੱਲ ਨੂੰ ਮੁੜੀਏ ਔਰ ਕਹੀਏ ਕਿ ਅਸੀਂ ਪਰਮੇਸ਼ਰ ਨੂੰ ਪਿਆਰ ਕਰਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਕਦੀ ਨਹੀਂ ਕੀਤਾ। ਕਿ ਤੁਸੀਂ ਕਹਿ ਸਕਦੇ ਹੋ ਪਲੀਜ਼ ਕਹੀਏ ਹਾਂ, ਉਹਨਾਂ ਦੇ ਨਾਲ ਹੱਥ ਮਿਲਾਈਏ, ਉਹਨਾਂ ਨੂੰ ਪਿਆਰ ਕਰੀਏ ਔਰ ਉਹਨਾਂ ਨੂੰ ਪਰਮੇਸ਼ਰ ਦਾ ਪਿਆਰ ਮਹਿਸੂਸ ਹੋਣ ਦਈਏ, ਉਹਦੀ ਚਾਹਤ ਮਹਿਸੂਸ ਹੋਣ ਦਈਏ ਔਰ ਕਹੀਏ ਕਿ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਪਰਮੇਸ਼ਵਰ ਦੀ ਸੇਵਾ ਕਰਾਂਗੇ। ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਗੱਲਾਂ ਕਰਦੇ ਹੋ, ਜੋ ਵੀ ਸ਼ੈਤਾਨ ਦੀਆਂ ਯੋਜਨਾਵਾਂ ਸੀਗੀਆਂ ਤੁਹਾਡੇ ਖਿਲਾਫ, ਉਹਨਾਂ ਦੇ ਖਿਲਾਫ ਅਸੀਂ ਆਨੇ ਆ, ਅਸੀਂ ਉਸ ਆਤਮਾ ਦੇ ਖਿਲਾਫ ਆਨੇ ਆ ਔਰ ਉਸ ਆਤਮਾ ਨੂੰ ਅਸੀਂ ਡਿਸਟਰੋਏ ਕਰਦੇ ਆ। ਔਰ ਇਹ ਸਾਰੀਆਂ ਉਹ ਆਤਮਾਵਾਂ ਜੋ ਤੁਹਾਨੂੰ ਬਾਂਝਪਨ ਵਿੱਚ ਰੱਖੀਆਂ ਹੋਈਆਂ ਸੀਗੀਆਂ, ਉਹਨਾਂ ਨੂੰ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੁਕਮ ਦਿੰਦੇ ਆ ਕਿ ਉਹ ਛੱਡ ਕੇ ਚਲੀਆਂ ਜਾਣ। ਤੁਸੀਂ ਬਹੁਤ ਜ਼ਿਆਦਾ ਪਰਮੇਸ਼ਵਰ ਦੇ ਵਿੱਚ ਰਿਜ਼ਲਟ ਲੈ ਕੇ ਆਓਗੇ। ਪਰਮੇਸ਼ਵਰ ਤੁਹਾਨੂੰ ਤਿਆਰ ਕਰ ਰਿਹਾ। ਇਸ ਮੌਸਮ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਫਲ ਲੈ ਕੇ ਆਓਗੇ। ਪਰਮੇਸ਼ਵਰ ਦੇ ਲੋਕੋ, ਇਹ ਕੋਈ ਐਕਸੀਡੈਂਟ ਨਹੀਂ ਹੈ ਕਿ ਤੁਸੀਂ ਇਸ ਨੂੰ ਦੇਖ ਰਹੇ ਹੋ। ਪਰਮੇਸ਼ਵਰ ਮੰਗਦਾ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਫਲ ਆਵੇ। ਪਰਮੇਸ਼ਵਰ ਦੇ ਲੋਕੋ, ਮੈਂ ਤੁਹਾਨੂੰ ਇੱਕ ਕਲੀਅਰ ਕਰਨਾ ਮੰਗਦਾ ਹਾਂ ਗੱਲ ਨੂੰ। ਜਦੋਂ ਪਰਮੇਸ਼ਵਰ ਕਹਿੰਦਾ ਆ ਜੀ ਕਿ ਇਸ ਸੰਸਾਰ ਨੂੰ ਪਿਆਰ ਨਾ ਕਰੋ, ਇਹ ਉਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਣੀ ਲਾਈਫ ਇੰਜੋਏ ਨਾ ਕਰੋ। ਤੁਸੀਂ ਆਪਣੀ ਜੀਵਨ ਨੂੰ ਇੰਜੋਏ ਕਰ ਸਕਦੇ ਜੋ ਕਿ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਤੁਹਾਡੇ ਪਰਿਵਾਰ ਦੇ ਨਾਲ, ਜੋ ਕਿ ਪਰਮੇਸ਼ਵਰ ਦੀ ਬਰਕਤਾਂ ਆ। ਤੁਸੀਂ ਤੁਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਹੋ, ਉਹਨਾਂ ਨੂੰ ਇੰਜੋਏ ਕਰ ਸਕਦੇ ਹੋ। ਲੇਕਿਨ ਉਸੇ ਵੇਲੇ ਮੈਂ ਤੁਹਾਨੂੰ ਇਹ ਵੀ 3 ਐਤ ਤੁਹਾਨੂੰ ਦੱਸਣਾ ਮੰਗਦਾ ਹਾਂ ਜੋ ਕਿ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਚੰਗੀਆਂ ਠਹਿਰਨਗੀਆਂ, ਜਿੱਥੋਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਹੜੀਆਂ ਚੀਜ਼ਾਂ ਦਾ ਮੈਨੂੰ ਕਿੱਦਾਂ ਜੀਣਾ ਚਾਹੀਦਾ ਆ। ਪਹਿਲਾ ਹੈਗਾ ਯਹੂਨਾ 1 ਉਹਦਾ 2:15 ਦੇ ਵਿੱਚ ਲਿਖਿਆ ਹੈ ਕਿ ਦੁਨੀਆ ਦੀਆਂ ਗੱਲਾਂ ਨੂੰ ਪਿਆਰ ਨਾ ਕਰੋ। ਇਹ ਗੱਲ ਯਾਦ ਰੱਖੀ ਕਿ ਤੁਸੀਂ ਦੁਨੀਆ ਦੇ ਵਿੱਚ ਹੋ ਲੇਕਿਨ ਤੁਸੀਂ ਦੁਨੀਆ ਦੇ ਨਹੀਂ ਹੋ। ਸੋ ਇਸ ਲਈ ਆਪਣੇ ਆਪ ਨੂੰ ਤੁਹਾਨੂੰ ਇਹ ਦਿਖਾਉਣ ਦੀ ਲੋੜ ਹੈ ਕਿ ਕਿਹੜੀਆਂ ਗੱਲਾਂ ਜੋ ਮੈਨੂੰ ਪ੍ਰਭੂ ਤੋਂ ਦੂਰ ਕਰਦੀਆਂ ਨੇ, ਔਰ ਉਹਨਾਂ ਨੂੰ ਲਿਖਣਾ ਸ਼ੁਰੂ ਕਰ ਦਈਏ ਇਸ ਹਫਤੇ। ਔਰ ਇਹ ਲਿਖੀਏ ਉਹਨਾਂ ਦੀ ਚੀਜ਼ਾਂ ਦੇ ਅੱਗੇ, ਇਸ ਨੂੰ ਪਿਆਰ ਨਾ ਕਰੋ, ਇਸ ਚੀਜ਼ ਨੂੰ ਪਿਆਰ ਨਹੀਂ ਕਰਨਾ। ਯਾਦ ਰੱਖੀਏ ਕਿ ਪੈਸੇ ਦੇ ਲਈ ਪਿਆਰ ਜਿਹੜਾ ਆ ਉਹ ਹਰ ਬੁਰਾਈ ਦੀ ਜੜ ਆ। ਜਦੋਂ ਪਰਮੇਸ਼ਰ ਤੁਹਾਨੂੰ ਪੈਸੇ ਦਿੰਦਾ ਆ, ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਇਸ ਨੂੰ ਪਿਆਰ ਕਰਦੇ ਹੋ ਪੈਸੇ ਨੂੰ ਕਿ ਨਹੀਂ ਪਿਆਰ ਕਰਦੇ ਹੋ, ਕਿ ਕਿੱਥੇ ਉਹ ਤੁਸੀਂ ਦੇਖ ਸਕਦੇ ਕਿ ਕਿੱਥੇ ਤੁਹਾਡਾ ਧਨ ਆ ਉਹ ਲੁਕਿਆ ਹੋਇਆ ਹੈ। ਕਿਉਂਕਿ ਜਿੱਥੇ ਵੀ ਤੁਹਾਡਾ ਧਨ ਆ, ਤੁਹਾਡਾ ਦਿਲ ਉੱਥੇ ਲੱਗਾ ਰਹੇਗਾ। ਔਰ ਜਿਸ ਤਰ੍ਹਾਂ ਉਹ ਪਰਮੇਸ਼ਰ, ਤੁਸੀਂ ਕਹਿ ਸਕਦੇ ਹੋ ਕਿ ਹਾਂ ਇਹ ਚੀਜ਼ਾਂ ਪਰਮੇਸ਼ਵਰ ਦੀ ਜਗ੍ਹਾ ਨਹੀਂ ਲੈ ਸਕਦੀ ਮੇਰੇ ਜੀਵਨ ਦੇ ਵਿੱਚ। ਜੇ ਤੁਸੀਂ ਇੱਕ ਜਵਾਨ ਲੜਕੇ ਮੈਨੂੰ ਦੇਖ ਰਹੇ ਹੋ ਔਰ ਹਾਂ ਵੀਡੀਓ ਗੇਮਸ ਤੁਸੀਂ ਖੇਡਦੇ ਹੋ, ਹਾਂ, ਲੇਕਿਨ ਜੋ ਵੀਡੀਓ ਗੇਮਸ ਜਿਹੜੀਆਂ ਆ ਤੁਹਾਡਾ ਸਮੇਂ ਪਰਮੇਸ਼ਰ ਤੋਂ ਦੂਰ ਕਰ ਰਹੀਆਂ ਨੇ, ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਨੂੰ ਪਰਮੇਸ਼ਰ ਤੋਂ ਜ਼ਿਆਦਾ ਪਿਆਰ ਕਰਦੇ ਹੋ। ਤੀਸਰੀ ਆਇਤ ਮੈਂ ਕਹਿਣਾ ਮੰਗਦਾ ਹਾਂ ਕਿ ਰੋਮੀਆਂ ਦੀ ਕਿਤਾਬ ਉਹਦੀ 12:2 ਵਿੱਚ ਲਿਖਿਆ ਹੈ ਕਿ ਇਸ ਦੁਨੀਆ ਦੇ ਵਾਂਗੂ ਨਾ ਬਣੀਏ ਦਾ ਮਤਲਬ ਇਹ ਆ ਕਿ ਦੁਨੀਆ ਦੇ ਵਾਂਗੂ ਨਾ ਤੁਰੀਏ। ਜੇ ਕੁਝ ਲੋਕ ਜਿਹੜੇ ਕੁਝ ਕਿਸ ਤਰ੍ਹਾਂ ਜੀਂਦੇ ਆ ਔਰ ਤੁਸੀਂ ਉਹਨਾਂ ਲੋਕਾਂ ਦੇ ਵਾਂਗੂ ਜੀਣਾ ਸ਼ੁਰੂ ਕਰ ਦਵੋ, ਉਹਨਾਂ ਦੇ ਵਾਂਗੂ ਦੱਸਣਾ ਸ਼ੁਰੂ ਕਰ ਦਿਓ, ਉਹਨਾਂ ਦੇ ਵਾਂਗੂ ਗੱਲਬਾਤ ਕਰਨਾ ਸ਼ੁਰੂ ਕਰ ਦਿਓ, ਉਹਨਾਂ ਦੇ ਵਾਂਗੂ ਬਿਹੇਵ ਕਰਨਾ ਸ਼ੁਰੂ ਕਰ ਦਿਓ, ਤੇ ਫਿਰ ਜਿਹੜਾ ਇਸ ਦੁਨੀਆ ਦਾ ਕਲਚਰ ਆ ਉਹ ਤੁਹਾਡੇ ਅੰਦਰ ਆ ਚੁੱਕਾ ਆ। ਇਹ ਬਹੁਤ ਹੀ ਖਤਰਨਾਕ ਸਥਾਨ ਆ। ਔਰ ਇਸ ਲਈ ਕਲਾਮ ਇਸ ਕਰਕੇ ਦੱਸਦਾ ਆ
ਕਿ ਤੁਸੀਂ ਉਹਨਾਂ ਦੇ ਵਾਂਗੂ ਨਹੀਂ ਬਣੋਗੇ ਬਲਕਿ ਉਹ ਤੁਹਾਡੇ ਵਾਂਗੂ ਬਣ ਜਾਣਗੇ। ਔਰ ਤੀਸਰੀ ਆਇਤ ਮੈਂ ਤੁਹਾਨੂੰ ਦੇਣਾ ਮੰਗਦਾ ਹਾਂ, ਉਹ ਹੈਗਾ 2 ਕੁਰਿੰਥੀਆਂ 6 ਉਹਦਾ 14 ਵਿੱਚ ਇਸ ਤਰ੍ਹਾਂ ਲਿਖਿਆ ਆ। ਉਹਨੇ ਕਿਹਾ ਹੈ ਕਿ ਜਿਹੜੇ ਵਿਸ਼ਵਾਸੀ ਨਹੀਂ ਗਏ ਉਹਨਾਂ ਦੇ ਨਾਲ ਨਾ ਵੱਜੀਏ। ਪਹਿਲੀ ਗੱਲ, ਸੰਸਾਰ ਨੂੰ ਪਿਆਰ ਨਾ ਕਰੀਏ। ਦੂਸਰਾ, ਸੰਸਾਰ ਵਾਂਗੂ ਨਾ ਬਣੀਏ। ਤੀਸਰਾ, ਇਸ ਸੰਸਾਰ ਦੇ ਨਾਲ ਪਾਰਟਨਰ ਨਾ ਬਣੀਏ। ਔਰ ਇਹ ਪ੍ਰੋਗਰੈਸ਼ਨ ਆ। ਜਦੋਂ ਇੱਕ ਬਲੀਵਰ ਇਹਨਾਂ ਗੱਲਾਂ ਵਿੱਚ ਪੈ ਜਾਂਦਾ ਆ, ਜਦੋਂ ਉਹ ਇਹਨਾਂ ਗੱਲਾਂ ਵਿੱਚ ਪੈ ਜਾਂਦਾ ਆ, ਉਹ ਬੈਕਸਲਾਈਡ ਹੋਣਾ ਸ਼ੁਰੂ ਕਰ ਦਿੰਦਾ। ਤੁਸੀਂ ਸੰਸਾਰ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਸੰਸਾਰ ਦੀਆਂ ਚੀਜ਼ਾਂ ਨੂੰ ਚੰਗਾ ਇੰਜੋਏ ਕਰਨਾ ਸ਼ੁਰੂ ਕਰ ਦਿੰਦੇ ਹੋ। ਔਰ ਉਹ ਤੋਂ ਕੀ ਹੁੰਦਾ ਆ, ਤੁਸੀਂ ਸੰਸਾਰ ਵਾਂਗੂ ਬਣਨਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਤੁਸੀਂ ਸੰਸਾਰ ਨੂੰ ਪਿਆਰ ਕੀਤਾ। ਹੁਣ ਉਹ ਤੁਹਾਡੇ ਅੰਦਰ ਵੱਧ ਰਿਹਾ ਆ। ਹੁਣ ਤੁਸੀਂ ਉਸਨੂੰ ਪਿਆਰ ਕਰਦੇ ਹੋ ਔਰ ਤੁਸੀਂ ਹੁਣ ਉਹਦੇ ਵਾਂਗੂ ਜੀਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੁਸੀਂ ਉਹਦੇ ਗੁਲਾਮ ਬਣ ਚੁੱਕੇ ਹੋ। ਹੁਣ ਤੁਸੀਂ ਉਹ ਗੱਲਾਂ ਕਰਨੀਆਂ ਸ਼ੁਰੂ ਕਰ ਕਰਨੀਆਂ ਜੋ ਕਿ ਤੁਸੀਂ ਉਸ ਛਤਰੀ ਦੇ ਥੱਲੇ ਆ ਗਏ ਹੋ, ਜੋ ਕਿ ਇਸ ਸੰਸਾਰ ਦੀ ਛਤਰੀ ਆ। ਪਰਮੇਸ਼ਵਰ ਦੇ ਲੋਕੋ, ਇਹ ਤੁਹਾਡੇ ਕੋਲ ਆ ਰਿਹਾ ਹੈ ਇਸ ਸਹੀ ਸਮੇਂ ਦੇ ਵਿੱਚ। ਮੈਂ ਮੰਗਦਾ ਹਾਂ ਕਿ ਤੁਸੀਂ ਆਪਣੇ ਵੱਲ ਨੂੰ ਦੇਖਿਓਗੇ ਔਰ ਕਹੀ, ਪ੍ਰਭੂ ਯਿਸੂ, ਮੈਂ ਤੈਨੂੰ ਜਾਣਨਾ ਮੰਗਦਾ ਆ, ਮੈਂ ਮੁੜਨਾ ਮੰਗਦਾ ਆ, ਮੈਂ ਤੇਰੇ ਕੋਲ ਆਉਣਾ ਮੰਗਦਾ ਆ। ਲੇਕਿਨ ਜਿਸ ਤਰ੍ਹਾਂ ਮੈਂ ਕਰਾਂਗਾ ਇਹ ਸੋਚ ਕੇ ਕਿ ਉਹ ਜੋ ਮੇਰੇ ਦਿਲ ਦੀ ਚਾਹਨਾ ਆ, ਉਹਨਾਂ ਨੂੰ ਮੈਂ ਦੇਖਾਂਗਾ, ਉਹਨਾਂ ਨੂੰ ਮੈਂ ਟਟੋਲਾਂਗਾ ਕਿ ਮੈਂ ਕਿਹੜੀ ਚੀਜ਼ ਨੂੰ ਪਿਆਰ ਕਰਦਾ, ਮੈਂ ਕਿਹੜੀ ਚੀਜ਼ ਸੋਚਦਾ ਰਹਿਣਾ ਹੈ। ਕਿ ਕਿਹੜੀ ਚੀਜ਼ ਨੂੰ ਤੁਸੀਂ ਪਿਆਰ ਕਰਦੇ ਹੋ, ਕਿਹੜੀ ਚੀਜ਼ ਦੇ ਨਾਲ ਤੁਸੀਂ ਜ਼ਿਆਦਾ ਇੰਗੇਜ ਰਹਿੰਦੇ ਹੋ। ਜਿਹੜੀ ਚੀਜ਼ ਦੇ ਨਾਲ ਤੁਸੀਂ ਜ਼ਿਆਦਾ ਇੰਗੇਜ ਰਹਿੰਦੇ ਹੋ, ਤੁਸੀਂ ਉਹਦੇ ਨਾਲ ਪਿਆਰ ਕਰਦੇ ਹੋ। ਮੇਰੀ ਆਸ਼ਾ ਆ ਕਿ ਤੁਹਾਡੇ ਵਿੱਚੋਂ ਕਈ ਜਣੇ ਇਹ ਕਹਿਣਗੇ ਕਿ ਤੁਸੀਂ ਪਿਆਰ ਕਰਦੇ ਹੋ ਯਿਸੂ ਨੂੰ ਕਿਉਂਕਿ ਤੁਸੀਂ ਉਹਦੇ ਨਾਲ ਲੱਗੇ ਰਹੇ ਹੋ। ਇਹ ਸਿਰਫ ਜੇ ਤੁਸੀਂ ਮਸੀਹ ਹੋ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਮਸੀਹ ਨੂੰ ਪਿਆਰ ਕਰਦੇ ਹੋ। ਜਿਹਦੇ ਚੀਜ਼ ਦੇ ਨਾਲ ਤੁਸੀਂ ਇਕੱਠੇ ਰਹਿੰਦੇ ਆ, ਬੱਝੇ ਰਹਿੰਦੇ ਆ, ਤੁਸੀਂ ਉਹਨੂੰ ਪਿਆਰ ਕਰਦੇ ਆ। ਵਕਤ ਆ ਗਿਆ ਹੈ ਇਸ ਜਨਰੇਸ਼ਨ ਨੂੰ ਤਾਂ ਕਿ ਅਸੀਂ ਪਰਮੇਸ਼ਵਰ ਵੱਲ ਨੂੰ ਮੁੜੀਏ, ਉਹਦੇ ਵੱਲ ਨੂੰ ਤੱਕੀਏ। ਇਹ ਹੁਣ ਵਕਤ ਆ ਗਿਆ ਕਿ ਬਿਦਾਰੀ ਸਾਡੇ ਚਰਚਾਂ ਦੇ ਉੱਤੇ ਆ ਜਾਵੇ, ਇੱਕ ਸਰੀਰ ਵਾਂਗੂ, ਕਿ ਅਸੀਂ ਪਰਮੇਸ਼ਰ ਨੂੰ ਪਿਆਰ ਕਰ ਸਕੀਏ ਪੂਰੀ ਚਾਹਤ ਦੇ ਨਾਲ, ਪੂਰੇ ਜਨੂਨ ਦੇ ਨਾਲ ਉਸਨੂੰ ਪਿਆਰ ਕਰ ਸਕੀਏ। ਉਹਦੇ ਵਾਸਤੇ ਅਸੀਂ ਜਲ ਸਕੀਏ, ਉਹਦੇ ਵਾਸਤੇ ਅਸੀਂ ਅੱਗ ਦੇ ਨਾਲ ਤਪ ਸਕੀਏ। ਪਰਮੇਸ਼ਵਰ ਦੇ ਲੋਕੋ, ਸਾਨੂੰ ਪਰਮੇਸ਼ਵਰ ਨੇ ਹੁਕਮ ਦਿੱਤਾ ਕਿ ਅਸੀਂ ਇਹ ਕਰੀਏ, ਉਹਦੀ ਯਾਦਗਿਰੀ ਵਿੱਚ ਕਰੀਏ। ਪਰਮੇਸ਼ਵਰ ਦੇ ਲੋਕੋ, ਅਸੀਂ ਕੀ ਯਾਦ ਕਰ ਰਹੇ ਹਾਂ ਅੱਜ? ਔਰ ਆਓ ਯਾਦ ਕਰੀਏ ਕਿ ਯਿਸੂ ਸਾਡਾ ਦੁਲਹਾ ਆ, ਜੋ ਕਿ ਜੋ ਇਹ ਵੇਟ ਕਰ ਰਿਹਾ ਹੈ ਕਿ ਆਪਣੇ ਆਪ ਨੂੰ ਦਰਸਾਵੇ ਸਾਡੇ ਸਾਹਮਣੇ। ਉਹ ਮੰਗਦਾ ਹੈ ਕਿ ਸਾਡੀ ਅਟੈਂਸ਼ਨ ਉਹਦੇ ਕੋਲ ਹੋਵੇ। ਉਹ ਮੰਗਦਾ ਹੈ ਕਿ ਉਹ ਸਾਡੇ ਨਾਲ ਇੱਕ ਹੋਵੇ ਔਰ ਅਸੀਂ ਬਹੁਤ ਸਾਰਾ ਫਲ ਲੈ ਕੇ ਆਈਏ। ਜਦੋਂ ਅੱਜ ਦਾ ਦਿਨ ਤੁਸੀਂ ਰੋਟੀ ਤੋੜਦੇ ਹੋ ਔਰ ਮੈਂ ਪੀਨੇ ਹੋ, ਅੱਜ ਇਸ ਦਿਨ ਤੁਸੀਂ ਆਪਣੇ ਆਪ ਨੂੰ ਉਹਦੇ ਸਾਹਮਣੇ ਸਮਰਪਿਤ ਕਰੀਏ ਔਰ ਆਪਣੇ ਆਪ ਨੂੰ ਇਹ ਯਾਦ ਕਰਾਈਏ ਕਿ ਤੁਸੀਂ ਉਹਦੇ ਵਿੱਚ ਇੱਕ ਹੋ। ਮੇਰੀ ਉਮੀਦ ਆ ਕਿ ਤੁਸੀਂ ਤਿਆਰ ਹੋ। ਮੈਂ ਇੱਕ ਵਕਤ ਲੈਣਾ ਮੰਗਦਾ ਹਾਂ, ਹੁਣ ਪ੍ਰਾਰਥਨਾ ਕਰਨੀ ਮੰਗਦਾ, ਤੁਹਾਨੂੰ ਬਰਕਤ ਦੇਣੀ ਮੰਗਦਾ ਆ। ਔਰ ਬਰਕਤ ਉਸ ਰਾਤ ਜਦੋਂ ਯਿਸੂ ਨੇ ਫੜਾਇਆ ਜਾਣਾ ਸੀਗਾ, ਵਚਨ ਦੱਸਦਾ ਆ, ਉਸਨੇ ਰੋਟੀ ਨੂੰ ਲਿਆ ਔਰ ਉਸਨੇ ਬਰਕਤ ਦਿੱਤੀ, ਉਸਨੇ ਤੋੜਿਆ ਔਰ ਉਸਨੇ ਆਪਣੇ ਚੇਲਿਆਂ ਨੂੰ ਦਿੱਤਾ ਕਿ ਇਹ ਮੇਰਾ ਸਰੀਰ ਆ, ਮੇਰਾ ਬਦਨ ਆ, ਜੋ ਤੁਹਾਡੇ ਵਾਸਤੇ ਤੋੜਿਆ ਜਾਂਦਾ ਆ। ਪਰਮੇਸ਼ਵਰ ਦੇ ਲੋਕੋ, ਅਸੀਂ ਯਾਦ ਕਰਦੇ ਆ ਉਹ ਪਲ ਨੂੰ, ਉਸ ਕੀਮਤੀ ਪਲ ਨੂੰ, ਜਦੋਂ ਪਰਮੇਸ਼ਵਰ ਦਾ ਸਰੀਰ ਸਾਡੇ ਵਾਸਤੇ ਤੋੜਿਆ ਗਿਆ। ਪਰਮੇਸ਼ਵਰ ਸਵਰਗੀ ਪਿਤਾ, ਮੇਰੀ ਪ੍ਰਾਰਥਨਾ ਆ ਇਸ ਵੇਲੇ ਕਿ ਜਿੱਥੇ ਵੀ ਤੁਹਾਡੇ ਬੱਚੇ ਜੋ ਆ ਉਹ ਰੋਟੀ ਤੋੜ ਰਹੇ ਆ, ਉੱਥੇ ਪਰਮੇਸ਼ਵਰ ਦੀ ਹਜ਼ੂਰੀ ਵੱਧ ਜਾਵੇ। ਪਵਿੱਤਰ ਆਤਮਾ, ਤੁਸੀਂ ਕਬਜ਼ਾ ਕਰ ਲਓ। ਪਵਿੱਤਰ ਆਤਮਾ, ਤੁਸੀਂ ਯਾਦ ਰੱਖੋ ਪਰਮੇਸ਼ਵਰ ਦਾ ਸਰੀਰ ਜੋ ਸਾਡੇ ਵਾਸਤੇ ਤੋੜਿਆ ਗਿਆ,
ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ। ਅਸੀਂ ਤੈਨੂੰ ਪਿਆਰ ਕਰਦੇ ਹਾਂ ਪਵਿੱਤਰ ਆਤਮਾ। ਔਰ ਸਾਨੂੰ ਵਫਾਦਾਰ ਬਣਾ। ਔਰ ਜਦੋਂ ਕਿ ਹੁਣ ਅਸੀਂ ਇਹਦੇ ਵਿੱਚ ਹਿੱਸਾ ਲੈਂਦੇ ਹਾਂ, ਪਵਿੱਤਰ ਆਤਮਾ ਸਾਡੀ ਮਦਦ ਕਰ। ਯਿਸੂ ਸਾਡੀ ਮਦਦ ਕਰ ਕਿ ਅਸੀਂ ਤੇਰੇ ਵਾਸਤੇ ਵਫਾਦਾਰ ਹੋ ਸਕੀਏ। ਤੂੰ ਸਾਡੇ ਵਾਸਤੇ ਸੂਲੀ ਦੇ ਉੱਤੇ ਚੜ ਚੁੱਕਾ ਹੈ। ਅਸੀਂ ਤੈਨੂੰ ਦੁਬਾਰਾ ਸੂਲੀ ਤੇ ਨਹੀਂ ਚੜਾ ਸਕਦੇ ਪ੍ਰਭੂ ਜੀ। ਸਿਰਫ ਪ੍ਰਭੂ ਸਾਡੀ ਇਹ ਦੁਆ ਆ ਪ੍ਰਭੂ ਕਿ ਸਾਡੀ ਸੰਗਤੀ ਤੇਰੇ ਨਾਲ ਹਮੇਸ਼ਾ ਬਣੀ ਰਹੇ ਪ੍ਰਭੂ। ਤੇਰੀ ਦਇਆ ਸਾਡੇ ਉੱਤੇ ਨਵੀਂ ਆਵੇ ਪ੍ਰਭੂ ਜੋ ਸਾਨੂੰ ਸ਼ਕਤੀ ਦੇਵੇ ਮੇਰੇ ਯਹੋਵਾ, ਕਿ ਅਸੀਂ ਤੇਰੇ ਨਾਲ ਤੁਰ ਸਕੇ ਜਿਸ ਤਰ੍ਹਾਂ ਅਸੀਂ ਕਦੀ ਨਹੀਂ ਤੁਰ ਸਕੇ। ਯਿਸੂ ਮਸੀਹ ਦੇ ਜਲਾਲੀ ਨਾਮ ਦੇ ਵਿੱਚ ਆਮੇਨ। ਤੁਸੀਂ ਆਪਣੀ ਰੋਟੀ ਨੂੰ ਤੋੜ ਕੇ ਉਸ ਨੂੰ ਦੇ ਸਕਦੇ ਹੋ। ਔਰ ਇਸ ਵੇਲੇ ਅਸੀਂ ਇਸ ਦੇ ਵਿੱਚ ਹਿੱਸਾ ਲਵਾਂਗੇ। If ever I should lose my way, if ever I deny your grace, remind me of the price you paid. Hallelujah, I'll live in remembrance. Amen. Amen. Thank you, Lord. Likewise, ਜਿਸ ਦਿਨ ਉਸਨੇ ਫੜਾਇਆ ਜਾਣਾ ਸੀਗਾ, ਉਸਨੇ ਮੈਂ ਨੂੰ ਲਿਆ ਔਰ ਉਸਨੇ ਪਿਆਲੇ ਵਿੱਚ ਪਾਇਆ। ਔਰ ਉਸਨੇ ਕਿਹਾ, ਇਹ ਮੇਰਾ ਲਹੂ ਆ ਜੋ ਕਿ ਤੁਹਾਡੇ ਵਾਸਤੇ ਬਹਾਇਆ ਜਾਂਦਾ ਆ। ਪਰਮੇਸ਼ਵਰ ਦੇ ਲੋਕੋ, ਉਹ ਲਹੂ ਜ਼ਿੰਦਾ ਆ। ਉਹ ਲਹੂ ਹਾਲੇ ਵੀ ਗੱਲ ਕਰਦਾ ਆ। ਉਹ ਲਹੂ ਸ਼ਕਤੀਸ਼ਾਲੀ ਆ। ਪਰਮੇਸ਼ਵਰ, ਜਦੋਂ ਕਿ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਤੇਰੀ ਯਾਦਗਿਰੀ ਦੇ ਵਿੱਚ ਪ੍ਰਭੂ ਜੀ, ਉਹ ਲਹੂ ਸਾਰੇ ਪਾਪਾਂ ਨੂੰ ਧੋ ਦੇਵੇ, ਸਾਨੂੰ ਬਰਫ਼ ਦੇ ਵਾਂਗੂ ਚਿੱਟਾ ਕਰ ਦੇਵੇ। ਪ੍ਰਭੂ ਤੇਰਾ ਲਹੂ ਸਾਡੇ ਵਾਸਤੇ ਬੋਲੇ। ਹਰ ਇੱਕ ਸ਼ੈਤਾਨੀ ਸ਼ਕਤੀ ਜੋ ਕਿ ਘਰਾਂ ਦੇ ਵਿੱਚ ਕੰਮ ਕਰਦੀ ਆ, ਜਦੋਂ ਕਿ ਇਹ ਰੋਟੀ ਤੋੜਨ, ਉਹ ਸ਼ੈਤਾਨੀ ਸ਼ਕਤੀਆਂ ਆਪਣਾ ਜੜ ਛੱਡ ਕੇ ਜਾਣ। ਔਰ ਇਹ ਹੋ ਰਿਹਾ ਹੈ ਪਰਮੇਸ਼ਵਰ ਦੇ ਲੋਕੋ। मैंने बहुत ਵੱਡੇ ਵੱਡੇ ਵਿਜ਼ਨਸ ਦੇਖਾ। ਲਵਾ ਰੰਦਾ ਰੱਖੋ ਤੀਰੀਆ। ਯੈਸ, ਜਦੋਂ ਕਿ ਤੁਸੀਂ ਇਸ ਦੇ ਵਿੱਚ ਹਿੱਸਾ ਲੈ ਰਹੇ ਆ, ਬਹੁਤ ਸਾਰੀਆਂ ਆਤਮਾਵਾਂ ਜੋ ਤੁਹਾਡੇ ਘਰ ਦੇ ਵਿੱਚ ਸੀਗੀਆਂ ਤੁਹਾਡੇ ਘਰ ਨੂੰ ਛੱਡ ਕੇ ਜਾ ਰਹੀਆਂ ਹੈ। ਯੈਸੂ ਮਸੀਹ ਦੇ ਜਲਾਲੀ ਨਾਮ ਦੇ ਵਿੱਚ। ਯੈਸ ਲਾਰਡ। ਰੰਬਾ ਸੰਦਾ ਲਾ ਰਹੰਦਾ ਰਾਖਾ ਤੋਰੀਆ। ਯੈਸੂ ਮਸੀਹ ਦੇ ਨਾਮ ਦੇ ਵਿੱਚ। ਆਮੇਨ, ਆਮੇਨ। ਪਲੀਜ਼ ਤੁਸੀਂ ਇਸ ਦੇ ਵਿੱਚ ਹਿੱਸਾ ਲੈ ਸਕਦੇ ਹੋ। ਮੈਂ ਦੇ ਵਿੱਚ ਹਿੱਸਾ ਲੈ ਸਕਦੇ ਹੋ। thank you, Holy Spirit. Thank you, Lord. Thank you, Jesus. Thank you. ਧੰਨਵਾਦ ਕਰਦੇ ਹਾਂ ਪਾਸਟਰ ਐਂਡਰੂ ਤੁਹਾਡਾ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਹਦੀ ਦਇਆ ਦੇ ਵਾਸਤੇ। ਤੁਹਾਨੂੰ ਮੈਨੂੰ ਦੱਸਣਾ ਪਏਗਾ ਕਿ ਤੁਹਾਡੇ ਨਾਲ ਕੀ ਹੋ ਰਿਹਾ ਆ। ਆਪਣੇ ਐਕਸਪੀਰੀਅੰਸ ਨੂੰ ਸਾਡੇ ਨਾਲ ਸਾਂਝਾ ਕਰੀਏ। ਇਹ ਬਹੁਤ ਹੀ ਚੰਗੀ ਗੱਲ ਆ ਕਿ ਤੁਹਾਡੇ ਨਾਲ ਅਸੀਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ। ਧੰਨਵਾਦ, 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 ਧੰਨਵਾਦ ਪਰਮੇਸ਼ਵਰ ਦਾ। ਧੰਨਵਾਦ ਪਰਮੇਸ਼ਵਰ ਨੂੰ ਪਿਆਰ ਕਰਨ ਦੇ ਵਾਸਤੇ, ਪਰਮੇਸ਼ਵਰ ਦੇ ਜੀਵਨ ਦਾ ਆਦਰ ਕਰਨ ਦੇ ਵਾਸਤੇ,
ਪਰਮੇਸ਼ਰ ਤੁਹਾਨੂੰ ਬਹੁਤ 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 ਬਰਕਤ ਦੇਵੇ। ਤੁਹਾਡੇ ਦਿਲ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਤੁਹਾਡੀ ਵਫਾਦਾਰੀ ਦਾ ਕਰਕੇ, ਤੁਹਾਡੇ ਦਿਲ ਦਾ ਕਰਕੇ, ਤੁਹਾਡੀ ਕਮਿਟਮੈਂਟ ਦਾ ਕਰਕੇ। ਪਰਮੇਸ਼ਵਰ ਤੁਹਾਡੇ ਵਾਸਤੇ ਦਰਵਾਜ਼ਿਆਂ ਨੂੰ ਖੋਲੇ, ਇਸ ਸਾਲ ਦਰਵਾਜ਼ਿਆਂ ਨੂੰ ਖੋਲੇ, ਤੁਹਾਡੇ ਚਮਤਕਾਰ ਹੋਣ। ਹਾਂ, ਪਤਾ ਨਹੀਂ ਕਿਉਂ, ਪਰ ਮੇਰਾ ਦਿਲ ਜੋ ਆ ਖੁਸ਼ੀ ਦੇ ਨਾਲ ਭਰ ਰਿਹਾ ਆ। ਮੈਂ ਤੁਹਾਡੇ ਕਮੈਂਟਸ ਨੂੰ ਫੀਲ ਕਰ ਰਿਹਾ ਹਾਂ। ਪਰਮੇਸ਼ਵਰ ਤੁਹਾਡੇ ਦਿਲ ਨੂੰ ਬਰਕਤ ਦੇਵੇ, ਤੁਸੀਂ ਵਧੀਏ ਜਿਸ ਤਰ੍ਹਾਂ ਕਦੀ ਤੁਸੀਂ ਨਾ ਵਧੇ ਹੋਵੋ। ਸਪਿਰਿਚੁਅਲੀ ਤੁਹਾਨੂੰ ਇਦਾਂ ਦੇ ਐਨਕਾਊਂਟਰ ਹੋਣ ਜਿਸ ਤਰ੍ਹਾਂ ਦੇ ਪਹਿਲਾਂ ਕਦੀ ਨਹੀਂ ਹੋਏ। ਇੰਜੋਏ ਕਰੀਏ ਪਰਮੇਸ਼ਵਰ ਦੇ ਲੋਕੋ। ਜੇ ਤੁਸੀਂ ਇਸ ਗੱਲ ਨੂੰ ਨਹੀਂ ਰਿਅਲਾਈਜ਼ ਕੀਤਾ, ਤੁਸੀਂ ਬਹੁਤ 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 ਬਰਕਤ ਵਾਲੇ ਹੋ। ਇਸ ਕਰਕੇ ਇਸ ਨੂੰ, ਆਪਣੇ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੀਏ। ਮੈਂ ਲੁੱਕ ਫਾਰਵਰਡ ਕਰਦਾ ਹਾਂ ਕਿ ਮੈਂ ਤੁਹਾਡੇ ਕੋਲ ਵਾਪਸ ਆਊਂਗਾ ਬੁੱਧਵਾਰ ਨੂੰ ਔਰ ਆਪਣੀ ਕਨਵਰਸੇਸ਼ਨ ਪੂਰੀ ਕਰੂੰਗਾ ਸਪਿਰਿਚੁਅਲ ਵਾਰਫੇਅਰ ਦੇ ਉੱਤੇ। ਔਰ ਮੈਨੂੰ ਪਤਾ ਹੈ ਬਹੁਤ ਵੱਡਾ ਟੌਪਿਕ ਆ। ਅਸੀਂ ਦੇਖਾਂਗੇ ਕਿਸ ਤਰ੍ਹਾਂ ਪਰਮੇਸ਼ਰ ਸਾਨੂੰ ਸਿਖਾਉਂਦਾ ਹੈ। ਗॉड ਬਲੈਸ ਯੂ। ਜਦ ਤੱਕ ਅਗਲੀ ਵਾਰ ਨਹੀਂ ਮਿਲਦੇ, ਪਰਮੇਸ਼ਰ ਦੇ ਹੱਥ ਦੇ ਥੱਲੇ ਬਣ ਕੇ ਰਹੀਏ। ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇਵੇ।